ਰੋੜੀ ਸਾਹਿਬ ਗੁਰਦੁਆਰੇ ਟੇਕਦਾ ਤੇ ਉਹ ਤੋਂ ਜਿਹੜਾ ਸੀ ਲਖਪਤ ਰਾਏ ਦਾ ਭਰਾ ਜਸਪਤ ਰਾਏ ਸਿੰਘਾਂ ਨੂੰ ਵੰਗਾਰ ਪਾਉਂਦਾ ਕਿ ਇੱਥੋਂ ਚਲੇ ਜਾਓ, ਨਹੀਂ ਤਾਂ ਹਮਲਾ ਕੀਤਾ ਜਾਵੇਗਾ ਤੁਹਾਡੇ ਤੇ। ਸਿੰਘ ਕਹਿੰਦੇ ਆ ਅਸੀਂ ਥੱਕੇ ਆ ਰਹੇ ਹਾਂ, ਗੁਰੂ ਦੇ ਦਰ ਤੇ ਮੱਥਾ ਟੇਕ ਕੇ ਰਸਦ ਲਿਆ ਕੇ ਲੰਗਰ ਛਕ ਕੇ ਤੇ ਅਸੀਂ ਅਗਾਂਹ ਚਲੇ ਜਾਣਾ, ਅਸੀਂ ਕੋਈ ਲੜਾਈ ਲੜਨ ਨਹੀਂ ਇੱਥੇ ਆਏ। ਇਹਨੇ ਬਹੁਤ ਜ਼ਿਆਦਾ ਭੱਦੇ ਸ਼ਬਦ ਵਰਤੇ, ਕਹਿਣ ਲੱਗਾ ਚਲੇ ਜਾਓ ਨਹੀਂ ਤੇ ਤੁਹਾਡੇ ਕੇਸ ਵੱਢ ਕੇ ਰੱਸੇ ਬਣਾ ਕੇ ਦੇ ਘੋੜੇ ਬੰਨਾਂਗਾ। ਹੋਰ ਬਹੁਤ ਕੁਝ ਇਹਨੇ ਬੋਲਿਆ। ਆਖਿਰਕਾਰ ਇਹਨੇ ਫਿਰ ਆਪਣੇ ਫੌਜਾਂ ਨੂੰ ਚਾੜ ਕੇ ਸਿੰਘਾਂ ਤੇ ਹਮਲਾ ਕੀਤਾ। ਸਿੰਘਾਂ ਨੇ ਵੀ ਫਿਰ ਦੋ ਦੋ ਹੱਥ ਕੀਤੇ ਆ। ਜਦੋਂ ਇਹ ਹਾਥੀ ਤੇ ਚੜ ਕੇ ਲਲਕਾਰ ਮਾਰਦਾ ਆਪਣੀ ਫੌਜ ਨੂੰ ਤੇ ਕਹਿੰਦੇ ਆ ਨੌਜਵਾਨ ਗੱਭਰੂ ਭਾਈ ਨਿਬਾਹੂ ਸਿੰਘ ਇੰਨੀ ਫੁਰਤੀ ਦੇ ਨਾਲ ਇਹਦੇ ਹਾਥੀ ਤੇ ਚੜ ਕੇ ਦਾ ਸਿਰ ਵੱਢ ਕੇ ਨੂੰ ਥਾਂ ਤੇ ਹੀ ਮਾਰ ਦਿੰਦਾ। ਹੁਣ ਜਿਹੜਾ ਛੋਟਾ ਘੱਲੂ ਘਾਰੇ ਦਾ ਕਾਰਨ ਸੀ, ਮੈਂ ਤਾਂ ਇਹ ਗੱਲ ਕਹੀ, ਇਹ ਲਖਪਤ ਰਾਏ ਦੇ ਭਰਾ ਦੇ ਮਰਨ ਦਾ ਕਾਰਨ ਸੀ ਕਿ ਛੋਟਾ ਘੱਲੂ ਘਾਰਾ ਵਾਪਰਿਆ। ਹੁਣ ਜਦੋਂ ਉਹਨੂੰ ਪਤਾ ਲੱਗਾ ਕਿ ਮੇਰਾ ਭਰਾ ਮਰ ਗਿਆ, ਕਿਉਂਕਿ ਜਿਹੜਾ ਜਸਪਤ ਰਾਏ ਆ ਇਹ ਅਹਿਮਦਾਬਾਦ ਦਾ ਫੌਜਦਾਰ ਸੀ ਤੇ ਜਿਹੜਾ ਲਖਪਤ ਰਾਏ ਆ ਇਹਨੂੰ ਮੀਰ ਮੰਨੂ ਨੇ ਜਿਹੜਾ ਸੀ ਉਹ ਆਪਣਾ ਦੀਵਾਨ ਰੱਖ ਲਿਆ ਸੀ। ਹੁਣ ਇਹਨੇ ਫਿਰ ਕੱਲ ਵੀ ਬੇਨਤੀ ਕੀਤੀ, ਆਪਣੀ ਪੱਗ ਲਾ ਕੇ ਕਿਹਾ ਸੀ, ਵੈਸੇ ਇਹਦੇ ਜਿਹੜੇ ਬੋਲ ਨੇ, ਕਹਿੰਦਾ ਸੀ ਇਸ ਧਰਮ ਨੂੰ ਇੱਕ ਖੱਤਰੀ ਨੇ ਸ਼ੁਰੂ ਕੀਤਾ ਤੇ ਇੱਕ ਖੱਤਰੀ ਦਾ ਸਰਬਨਾਸ਼ ਕਰੂਗਾ, ਕਿਉਂਕਿ ਉਹ ਗੁਰੂ ਨਾਨਕ ਨੂੰ ਸਰੀਰ ਦੀ ਜਾਤ ਨਾਲ ਥੋੜਾ ਇੱਥੇ ਟਾਰਗੇਟ ਕਰਦੇ ਆ। 19 ਦੇਰ ਤੱਕ ਮੈਂ ਸਿਰ ਤੇ ਦਸਤਾਰ ਨਹੀਂ ਬੰਨਾਂਗਾ। ਲਖਪਤ ਰਾਏ ਦਾ ਇੱਕ ਗੁਰੂ ਹੋਇਆ ਸੰਗਤ ਜੀ, ਸ਼੍ਰੀ ਭਗਤ ਜੀ ਉਹਦਾ ਨਾਮ ਕਰਕੇ ਆਉਂਦਾ। ਕਹਿੰਦੇ ਆ ਉਹਨੇ ਜਾ ਕੇ ਵੰਗਾਰ ਪਾਈ, ਓਏ ਗੱਲ ਸੁਣ, ਹਿੰਦੂਆਂ ਦੇ ਰਾਖੇ ਸਮੇਂ ਸੇਖਾ ਤੂੰ ਉਹਨਾਂ ਨੂੰ ਮਾਰਨ ਨੂੰ ਤੁਰ ਪਿਆ। ਤੇਰਾ ਭਰਾ ਚੜ ਕੇ ਗਿਆ, ਉਹਨਾਂ ਕਿਹਾ ਕਿ ਅਸੀਂ ਲੜਨ ਨਹੀਂ ਆਏ, ਤੇ ਜਦੋਂ ਉਹਨੂੰ ਚੜ ਕੇ ਚਲਿਆ ਜਾਏ ਫਿਰ ਉਹਨਾਂ ਨੇ ਸੋਧਤਾ। ਤੇ ਤੂੰ ਜੇ ਉਹਨਾਂ ਨਾਲ ਵੈਰ ਹੀ ਕਮਾਉਣਾ ਤੇ ਨਿਹੱਥੇ ਸਿੱਖਾਂ ਨੂੰ ਕਿਉਂ ਘਰੋਂ ਕੱਢ ਮਾਰਦਾ। ਸੰਗਤ ਜੀ ਨੇ ਪਤਾ ਕੀ ਕਿਹਾ, ਕਹਿੰਦਾ ਮੰਤਾ ਆਪਣਾ ਨਾਮ ਜਪ ਤੇ ਆਪਣੇ ਡੇਰੇ 'ਚ ਬੈ। ਜਦੋਂ ਬੰਦੇ ਦੇ ਅੰਦਰ ਹੰਕਾਰ ਆ ਜਾਏ ਨਾ, ਗੁਰੂ ਸਾਹਿਬ ਕਹਿੰਦੇ ਕਿਸੈ ਨਾ ਬੱਧੈ ਆਪ ਅਹੰਕਾਰੀ, ਧਰਮ ਰਾਏ ਤਿਸ ਖਰੇ ਕੁਵਾਰੀ। ਹੁਣੇ ਪੜ੍ਹਿਆ ਨਾ ਤੁਸੀਂ ਸੁਖਮਨੀ ਸਾਹਿਬ, ਮਾਰ ਸੱਚੇ ਪਿਤਾ ਕਹਿੰਦੇ ਰੱਬ ਫਿਰ ਉਹਨੂੰ ਇਹੋ ਜਿਹਾ ਹੰਕਾਰੀ ਬਣਾ ਦਿੰਦਾ ਕਿ ਉਹਨੂੰ ਧਰਮ ਰਾਜ ਵੀ ਖੁਆਰ ਕਰਦਾ। ਹੁਣ ਇਹਦੇ ਸਿਰ ਤੇ ਹੰਕਾਰ ਚੜਿਆ, ਫਿਰ ਉਹਨੇ ਗੁੱਸੇ 'ਚ ਕਿਹਾ ਇੱਕ ਗੱਲ, ਕਹਿੰਦਾ ਉਹ ਲੱਖੂ ਇੱਕ ਗੱਲ ਯਾਦ ਰੱਖੀ। ਪਹਿਲਾਂ ਲਖਪਤ ਰਾਏ ਕਿਹਾ ਤੇ ਫਿਰ ਲੱਖੂ ਕਿਹਾ। ਕਹਿੰਦਾ ਲੱਖੂ ਇੱਕ ਗੱਲ ਯਾਦ ਰੱਖੀ, ਜਿਨ੍ਹਾਂ ਨੂੰ ਤੂੰ ਸੋਧਣ ਤੁਰਿਆ ਉਹਨਾਂ ਦੇ ਸਿਰ ਦੇ ਸੀਸ ਤੇ ਹੱਥ ਬਾਜਾਂ ਵਾਲੇ ਦਾ, ਉਹਨਾਂ ਦਾ ਜਾਣਾ ਕੱਖ ਨਹੀਂ, ਵੇਖੀ ਤੇਰਾ ਰਹਿਣਾ ਕੱਖ ਨਹੀਂ, ਤੂੰ ਔਖਾ ਹੋ ਕੇ ਮਰੇਗਾ। ਖੈਰ ਉਹਨੇ ਆਪਣੇ ਗੁਰੂ ਦੀ ਨਾ ਸੁਣੀ। ਸਾਧ ਸੰਗਤ ਜੀ ਇਹਨੇ ਫਿਰ ਤੁਹਾਨੂੰ ਜਿਵੇਂ ਕਿ ਇਹਨੇ ਹਮਲੇ ਕੀਤੇ, ਘਰੋਂ ਕੱਢ ਕੇ ਮਾਰਨੇ ਸ਼ੁਰੂ ਕੀਤੇ। ਸਿੰਘਾਂ ਨੂੰ ਕੋਈ ਥਾਂ ਟਿਕਾਣਾ ਨਾ ਲੱਭਾ, ਕਿਉਂਕਿ ਰਾਜ ਇਹਨਾਂ ਦਾ ਸੀ, ਇਹ ਰਾਜ ਦੇ ਅਧੀਨ ਨੇ। ਇਹਨੇ ਹੋਰ ਫੌਜਾਂ ਇਕੱਠੀਆਂ ਕੀਤੀਆਂ ਕਿ ਮੈਂ ਸਿੱਖਾਂ ਦਾ ਖੁਰਾ ਖੋਜ ਮਕਾਉਣਾ। ਖੈਰ ਉਸ ਸਮੇਂ ਸਿੰਘਾਂ ਕੋਲ ਜੰਗਲ ਹੀ ਸਿੰਘਾਂ ਦੇ ਵਸੇਰੇ ਹੁੰਦੇ ਸੀ। ਕਾਨੂੰਵਾਨ ਸ਼ੰਭ ਨੂੰ ਮੱਲਿਆ। ਇਸ ਸਮੇਂ ਪੂਰੀ ਕੌਮ ਦੀ ਅਗਵਾਈ ਨਵਾਬ ਕਪੂਰ ਸਿੰਘ ਕਰਦੇ ਪਏ ਆ। ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸੁੱਖਾ ਸਿੰਘ ਜੀ ਉੱਥੇ, ਹਰੀ ਸਿੰਘ ਭੰਗੀ, ਇੱਥੇ ਹੋਰ ਬੇਅੰਤ ਜਿਹੜੇ ਨੇ ਉਹ ਸਾਡੇ ਆਗੂ ਅੱਗੇ ਹੋ ਕੇ ਛਾਤੀਆਂ ਡਾਂਹਦੇ ਆ। ਹੁਣ ਜਿਵੇਂ ਅਸੀਂ ਇੱਕ ਬੇਨਤੀ ਕੀਤੀ ਕਿ ਕਾਨੂੰਵਾਨ ਦਾ ਜਿਹੜਾ ਸ਼ੰਭ ਸੀ ਜੋ ਹੋਣਾ ਹੈ, ਉਦੋਂ ਇਦਾਂ ਨਹੀਂ ਸੀ। ਬਹੁਤ ਵੱਡਾ ਇਹਦਾ ਇੱਧਰ ਜੰਮੂ ਤੱਕ ਇਹਦਾ ਪਸਰਾ ਪਸਾਰਿਆ ਹੋਇਆ ਸੀ। ਇੱਧਰੋਂ ਬਿਆਸਾ ਇਹਨੂੰ ਘੇਰਦਾ ਸੀ, ਰਾਵੀ ਦੇ ਕੰਢੇ ਤੱਕ ਜਾਂਦਾ ਸੀ। ਸਿੰਘਾਂ ਦੇ ਪਿੱਛੇ ਫੌਜਾਂ ਨੇ ਤੇ ਕਹਿੰਦੇ ਕਾਨੂੰਵਾਨ ਸ਼ੰਭ ਦੇ ਵੜਨ ਤੋਂ ਪਹਿਲਾਂ ਇਹਨਾਂ ਨੇ ਹੱਲਾ ਜਿਹੜਾ ਸੀ ਸਾਡੀ ਸਿੱਖ ਕੌਮ ਤੇ ਕਰਤਾ ਸੀ, ਪਿੱਛੇ ਹੀ ਥੋੜਾ ਜਿਹਾ। ਤੇ ਦੂਜੇ ਪਾਸੇ ਇਹਨਾਂ ਨੇ ਰੁੱਖ ਵੱਢਣੇ ਸ਼ੁਰੂ ਕਰਤੇ ਕਿ ਜੰਗਲ ਵੱਢ ਦਿਓ, ਕਿਉਂਕਿ ਸਿੱਖ ਜਦੋਂ ਜੰਗਲਾਂ 'ਚ ਵੜ ਜਾਂਦੇ ਸਾਨੂੰ ਪਤਾ ਹੀ ਨਹੀਂ ਲੱਗਦਾ। ਤੇ ਫਿਰ ਨਾਲ ਇਹਨਾਂ ਨੇ ਅੱਗ ਵੀ ਲਵਾਤੀ। ਦੂਜਾ ਪਹਾੜੀ ਰਾਜਿਆਂ ਨੂੰ ਤਲਾਹ ਕਰਤੀ, ਜੇ ਸਿੰਘ ਪਹਾੜਾ ਵੱਲ ਨੂੰ ਚੜਨ ਤੇ ਤੁਸੀਂ ਇੱਧਰੋਂ ਹਮਲਾ ਕਰ ਦਿਓ। ਇੱਧਰੋਂ ਜੰਗਲ ਨੂੰ ਅੱਗ ਲੱਗੀ, ਪਿੱਛੋਂ ਫੌਜਾਂ, ਅੱਗੋਂ ਫੌਜਾਂ, ਪਹਾੜੀ ਰਾਹ ਕੇ ਘੇਰਿਆ ਗਿਆ, ਜੰਗਲ ਨੂੰ ਅੱਗ ਲੱਗ ਗਈ। ਤੇ ਇਸ ਕਾਨੂੰਵਾਨ ਸ਼ੰਭ ਦੇ ਅੰਦਰ ਬੜੀ ਗਹਿ ਗੱਚ ਲੜਾਈ ਹੁੰਦੀ ਆ। ਤਕਰੀਬਨ ਸਾਡਾ 10,000 ਸਿੰਘ ਸਿੰਘਣੀਆਂ ਇੱਥੇ ਸ਼ਹੀਦੀ ਪਾਉਂਦੇ ਆ। ਇੱਥੇ ਕਹਿੰਦੇ ਆ ਲਖਪਤ ਰਾਏ ਨੂੰ ਤੇ ਸੁੱਖਾ ਸਿੰਘ, ਕਿਉਂਕਿ ਸੁੱਖਾ ਸਿੰਘ ਅਗਵਾਈ ਕਰ ਰਿਹਾ ਸੀ ਇੱਥੇ, ਜਿੱਦਾਂ ਕਹਿ ਲੋ ਕਾਨੂੰਵਾਨ ਸ਼ੰਭ ਦੇ ਅੰਦਰ ਅੱਗੇ ਹੋ ਕੇ ਲੜਦਾ ਸੀ, ਜਿਵੇਂ ਬਿਉਂਤ ਬਣਾਈ ਜਾਂਦੀ ਆ। ਸੁੱਖਾ ਸਿੰਘ ਜਿਵੇਂ ਹੀ ਲਖਪਤ ਰਾਏ ਨੂੰ ਸੋਧਣ ਲੱਗਾ, ਕਹਿੰਦੇ ਇੱਕ ਗੋਲਾ ਚੱਲਿਆ, ਸੁੱਖਾ ਸਿੰਘ ਦੀ ਇੱਕ ਲੱਤ ਵੀ ਉੱਡ ਗਈ ਤੇ ਨਾਲ ਹੀ ਜਿਸ ਘੋੜੇ ਤੇ ਸਵਾਰ ਸੀ ਉਹ ਘੋੜਾ ਵੀ ਮਰ ਗਿਆ। ਪੱਟ ਤੇ ਗੋਲੀ ਲੱਗੀ ਸੀ ਜੱਸਾ ਸਿੰਘ ਆਹਲੂਵਾਲੀਆ ਦੇ ਛੋਟੇ ਘੱਲੂ ਘਾਰੇ ਦੇ ਅੰਦਰ।
ਤੇ ਮਸਾਂ ਬੱਚੇ ਸੀ ਨਵਾਬ ਕਪੂਰ ਸਿੰਘ ਜੀ ਇਸ ਜੰਗ ਦੇ ਅੰਦਰ। ਹੋਰ ਬੜੀਆਂ ਕੁਰਬਾਨੀਆਂ ਹੋਈਆਂ। ਹੁਣ ਜਦੋਂ ਸਿੰਘਾਂ ਨੂੰ ਕੋਈ ਰਾਹ ਨਾ ਲੱਭੇ, ਕਿਉਂਕਿ ਵੇਖੋ ਸਿੰਘਾਂ ਦੀ ਗਿਣਤੀ ਸੀਮਤ ਹੁੰਦੀ ਸੀ, ਇਹਨਾਂ ਨੇ ਲੱਖਾਂ ਦੀਆਂ ਫੌਜਾਂ ਲੈ ਕੇ ਚੜ੍ਹਨਾ। ਤੇ ਜਦੋਂ ਮੈਂ ਇਤਿਹਾਸ ਨੂੰ ਪੜ੍ਹਦਾ, ਕਹਿਣਾ ਜੇ ਸਿੰਘਾਂ ਦੇ ਕੋਲੋਂ ਗੋਲੀਆਂ ਮੁੱਕ ਜਾਣੀਆਂ ਤੇ ਪਿੱਛੇ ਕੋਈ ਸਪਲਾਈ ਨਹੀਂ ਸੀ ਕਰਦਾ, ਮੁੱਕ ਗਈਆਂ ਤੇ ਮੁੱਕ ਗਈਆਂ। ਹੱਥਾਂ 'ਚ ਕਿਰਪਾਨਾਂ ਚਲਾ ਚਲਾ ਜੇ ਖੁੰਡੀਆਂ ਹੋ ਗਈਆਂ ਤੇ ਕੋਈ ਸਿੱਧੀਆਂ ਨਹੀਂ ਸੀ ਫੜਾਉਂਦਾ, ਗਈਆਂ ਤੇ ਗਈਆਂ। ਪੂਰਾ ਪੂਰਾ ਦਿਨ, ਪੂਰੀ ਪੂਰੀ ਰਾਤ ਸਿੱਖ ਸੁੱਤੇ ਨਹੀਂ, ਜਾਗਦੇ ਰਹੇ ਤੇ ਲੜਦੇ ਰਹੇ ਤੇ ਭੁੱਖੇ ਵੀ ਨੇ। ਸੰਗਤ ਜੀ, ਸਿੰਘਾਂ ਨੇ ਪਲਾਨ ਕੀਤਾ ਕਿ ਅਸੀਂ ਜੰਮੂ ਵਸੋਲੀ ਵੱਲ ਨੂੰ ਨਿਕਲ ਜਾਈਏ। ਕਹਿੰਦੇ ਆ ਸਿੰਘ ਜਦੋਂ ਇੱਧਰ ਨੂੰ ਵਸੋਲੀ ਵੱਲ ਨੂੰ ਰਾਵੀ ਪਾਰ ਕਰਕੇ ਲੰਘੇ, ਅੱਗੋਂ ਸਿੰਘਾਂ ਦਾ ਪੱਥਰਾਂ ਤੇ ਗੋਲੀਆਂ ਨਾਲ ਸਵਾਗਤ ਹੋਇਆ, ਕਿਉਂਕਿ ਉੱਥੇ ਫਿਰ ਤਲਾਹ ਦਿੱਤੀ ਸੀ ਜੇ ਇੱਧਰ ਨੂੰ ਆਣ ਤੁਸੀਂ ਮੂੰਹ ਘੁਮਾ ਦਿਓ। ਸਿੰਘ ਫਿਰ ਇੱਥੋਂ ਵੀ ਲੜਦੇ ਮਰਦੇ ਸੰਗਤ ਜੀ ਆਖਰਕਾਰ ਸ਼੍ਰੀ ਹਰਗੋਬਿੰਦਪੁਰੇ ਵਾਲਾ ਰਾਹ ਫਿਰ ਇਹਨਾਂ ਨੇ ਫੜਿਆ ਹੈ। ਇੱਥੋਂ ਫਿਰ ਸਿੰਘ ਜਿਹੜੇ ਆ ਵਿਆਸਾ ਪਿਆਰ ਕਰਦੇ ਆ, ਸਤਲੁਜ ਪਾਰ ਕਰਦੇ ਆ ਤੇ ਮਾਲਵੇ ਦੇਸ਼ ਪਹੁੰਚ ਜਾਂਦੇ ਆ। ਜਦੋਂ ਮਾਲਵੇ ਦੇਸ਼ ਪਹੁੰਚਦੇ ਆ, ਉਸ ਤੋਂ ਪਹਿਲਾਂ ਬਹੁਤ ਕਹਿਰ ਉਸ ਸਮੇਂ ਕੌਮ ਦਾ ਵਾਪਰਿਆ। ਆਪਣੇ ਭਰਾ ਦਾ ਬਦਲਾ ਲੈਣ ਦੇ ਲਈ ਲਖਪਤ ਰਾਏ ਨੇ ਸਾਰਾ ਕੋਹਰਾਮ ਰਚਿਆ ਸੀ। ਬਾਅਦ ਵਿੱਚ ਬੇਸ਼ੱਕ ਮੀਰ ਮੰਨੂ ਨੇ ਲਖਪਤ ਰਾਏ ਨੂੰ ਸਿੰਘਾਂ ਦੇ ਹਵਾਲੇ ਕਰਤਾ ਸੀ। ਉਹਦੀ ਬਾਅਦ ਵਿੱਚ ਬੜੇ ਤਸੀਹੇ ਦੇ ਦੇ ਕੇ ਸਿੰਘ ਉਹਨੂੰ ਫਿਰ ਮਾਰਦੇ ਆ। ਉਹ ਇੱਕ ਵੱਖਰਾ ਇਤਿਹਾਸ ਚੱਲਦਾ। ਅਸੀਂ ਕੇਵਲ ਆਪਣੇ ਵਿਸ਼ੇ ਤੇ ਰਹਿਣਾ ਕਿ ਇੱਥੇ ਵੱਖ-ਵੱਖ ਜਥਿਆਂ ਨੇ ਨਾ, ਉੱਥੇ ਫਿਰ ਮਾਲਵੇ ਦੇ ਸਿੱਖਾਂ ਨੇ ਬਹੁਤ ਇਹਨਾਂ ਦੀ ਚਲੋ ਸੇਵਾ ਕੀਤੀ, ਜ਼ਖਮਾਂ ਦਾ ਇਲਾਜ ਕੀਤਾ, ਵੱਖ-ਵੱਖ ਜਥਿਆਂ ਨੂੰ ਸਿੰਘ ਵੰਡੇ ਗਏ। ਤੇ ਸੰਗਤ ਜੀ, ਇਹ ਵੀ ਗੱਲ ਪੜਨ ਚ ਆਉਂਦੀ ਹੈ ਕਿ 7000 ਇੱਥੇ ਸ਼ਹੀਦੀਆਂ ਪਾਉਂਦੇ ਆ ਤੇ 3000 ਸਿੰਘਾਂ ਸਿੰਘਣੀਆਂ ਨੂੰ ਗ੍ਰਿਫਤਾਰ ਕਰਕੇ ਨਖਾਸ ਚੌਂਚ ਚਾ ਕੇ ਉੱਥੇ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਂਦਾ। ਇਹ ਇਵੇਂ ਵੀ 10000 ਗਿਣਤੀ ਵਿਦਵਾਨ ਕਰਦੇ ਆ। ਖੈਰ, ਇਹ 1746 ਦਾ ਸਮਾਂ, ਛੋਟੇ ਘੱਲੂਘਾਰੇ ਦਾ। ਘੱਲੂਘਾਰੇ ਦੇ ਕੱਲ ਵੀ ਅਰਥ ਕੀਤੇ ਸੀ ਕਿਸੇ ਕੌਮ ਨੂੰ ਸਰਬਨਾਸ਼ ਕਰ ਦੇਣਾ, ਨੇਸ਼ ਤੋਂ ਨਬੂਦ ਕਰ ਦੇਣਾ। ਹੁਣ ਅੱਗੇ ਸਮਾਂ ਆਪਣੀ ਚਾਲੇ ਚੱਲਦਾ। ਅਬਦਾਲੀ ਜਿਹੜਾ ਨਾ, ਇਹਦਾ ਥੋੜਾ ਜਿਹਾ ਤੁਹਾਨੂੰ ਜ਼ਰੂਰ ਪਿਛੋਕੜ ਦਾ ਪਤਾ ਹੋਣਾ ਚਾਹੀਦਾ। ਕੱਲ ਜਿਵੇਂ ਅਸੀਂ ਨਾਦਰ ਸ਼ਾਹ ਦੀ ਗੱਲ ਕੀਤੀ ਆ, ਨਾਦਰ ਸ਼ਾਹ ਉਹਦੇ ਨਾਲ ਵੀ ਜਿਹੜਾ ਅਬਦਾਲੀ ਸੀ ਨਾ, ਉਸ ਸਮੇਂ ਹਮਲਿਆਂ ਤੇ ਆਉਂਦਾ ਹੁੰਦਾ ਸੀ ਹਿੰਦੁਸਤਾਨ ਦੇ ਆਂਦੇ। ਅਬਦਾਲੀ ਦੇ ਹਮਲਿਆਂ ਦੀ ਜਿਹੜੀ ਵੱਖ-ਵੱਖ ਗਿਣਤੀ ਆ, ਕਿਸੇ ਨੇ 7 ਕੀਤੀ ਆ, ਕਿਸੇ ਨੇ 9 ਤੇ ਕਿਸੇ ਨੇ 11। ਉਹਦਾ ਇਹ ਕਾਰਨ ਹੈ ਕਿ ਕਈ ਇਹਦੇ ਹਮਲੇ ਜਿਹੜੇ ਸੀ ਉਹ ਪੰਜਾਬ ਤੋਂ ਹੋ ਕੇ ਪਰਤ ਜਾਂਦੇ ਸੀ, ਦਿੱਲੀ ਜਾਂ ਅੱਗੇ ਪਾਨੀਪਤ ਵਾਲੀ ਸਾਈਡ ਨਹੀਂ ਸੀ ਜਾਂਦੇ। 1761 ਦੀ ਇੱਕ ਜੰਗ ਜਿਹੜੀ ਅੱਜ ਵੀ ਸਾਨੂੰ ਪੜ੍ਹਾਈ ਜਾਂਦੀ ਆ, ਮਰਾਠਿਆਂ ਦੇ ਨਾਲ ਜਿਹੜੀ ਇਹਦੀ ਹੋਈ ਸੀ, ਕਿਉਂਕਿ ਬਾੜ ਵਿੱਚ ਘੱਲੂਘਾਰਾ ਵਾਪਰਦਾ। ਉਸ ਜੰਗ ਨੂੰ ਵੀ ਇਤਿਹਾਸ ਜਿਹੜਾ ਸੀ ਜੱਸਾ ਸਿੰਘ ਆਲੂਵਾਲੀਏ ਦਾ ਬਹੁਤ ਵੱਡਾ ਰੋਲ ਉੱਥੇ ਰਹਿੰਦਾ। ਹੁਣ ਇਸ ਤੋਂ ਪਹਿਲਾਂ ਥੋੜਾ ਜਿਹਾ ਨਾਦਰ ਸ਼ਾਹ ਜਿਹੜਾ ਸੀ ਨਾ, ਇਹ ਜਿਹੜਾ ਇਹਦਾ ਅਖੀਰਲਾ ਵੇਲਾ ਸੀ, ਕਹਿੰਦੇ ਆ 3 ਸਾਲ ਪਾਗਲਪੁਣੇ ਵਿੱਚ ਇਹਨੇ ਜ਼ਿੰਦਗੀ ਭੋਗੀ, ਕਿਉਂਕਿ ਲੋਕਾਂ ਨੂੰ ਮਾਰਨਾ, ਲੋਕਾਂ ਦੇ ਧੀਆਂ ਪੁੱਤਾਂ ਦੀਆਂ ਬਦਦੁਆਵਾਂ ਲੈਣੀਆਂ, ਕੋਈ ਇਹਨਾਂ ਦੀ ਜ਼ਿੰਦਗੀ ਸੌਖੀ ਥੋੜੀ ਹੁੰਦੀ ਆ। ਕਹਿੰਦੇ ਜਦੋਂ ਇਹ ਪਾਗਲ ਹੋ ਗਿਆ, ਤੇ ਇੱਕ ਗੱਲ ਹੋਰ ਸੁਣੋ ਧਿਆਨ ਨਾਲ, ਇਹ ਈਰਾਨੀ ਸੀ ਤੇ ਜਿਹੜਾ ਅਬਦਾਲੀ ਸੀ ਉਹ ਅਫਗਾਨੀ ਸੀ। ਤੇ ਜਦੋਂ ਈਰਾਨੀ ਅਫਸਰ ਇਹਨੇ ਪਾਗਲਪੁਣੇ ਚ ਮਰਾਣੇ ਸ਼ੁਰੂ ਕੀਤੇ, ਇਹਨੂੰ ਫਿਰ ਜਿਹੜਾ ਸੀ 1747 ਦੇ ਨੇੜੇ ਜਿਹੜਾ ਸੀ ਇਹਨੂੰ ਮਾਰ ਦਿੱਤਾ ਈਰਾਨੀਆਂ ਨੇ। ਇਹਦੇ ਮਰਨ ਦੀ ਦੇਰ ਸੀ ਕਿ ਜਾ ਕੇ ਅਬਦਾਲੀ ਨੇ ਕਬਜ਼ਾ ਕਰ ਲਿਆ ਇਹਦੇ ਤਖਤ ਤੇ। ਇਹਦੇ ਕਹਿੰਦੇ ਡੋਲੇ ਤੇ ਕੋਹਿਨੂਰ ਹੀਰਾ ਸੀ, ਉਹ ਵੀ ਲਾ ਕੇ ਉਹਨੇ ਬੰਨ ਲਿਆ। ਤੇ ਇੱਕ ਇਹਦੇ ਕੋਲ ਮੋਹਰ ਹੁੰਦੀ ਸੀ, ਭਾਵ ਕਿ ਇਹਨੇ ਕਬਜ਼ਾ ਕਰ ਲਿਆ ਉਸ ਸਮੇਂ। ਤੇ ਜਿਹੜੇ ਅਫਗਾਨੀ ਸੀ ਉਸ ਸਮੇਂ ਦੇ ਸਾਰੇ, ਉਹਨਾਂ ਨੇ ਵੀ ਅਫਗਾਨ ਭਰਾ ਦਾ ਸਾਥ ਦਿੱਤਾ। ਹੁਣ ਚਲੋ ਇਹ ਇੱਧਰ ਇਹਨੇ ਤਖਤ ਮੱਲਿਆ। ਤੇ ਪੰਜਾਬ ਵਿੱਚ ਕੀ ਹੋਇਆ ਕਿ ਇਹ ਪੰਜਾਬ ਤੇ ਕਿਉਂ ਹਮਲਾ ਕਰਦਾ ਉਸ ਸਮੇਂ ਬਾਅਦ ਵਿੱਚ, ਆਪ ਜਦੋਂ ਤਖਤ ਤੇ ਬਹਿ ਜਾਂਦਾ। ਉਹਦਾ ਇੱਕ ਕਾਰਨ ਸੀ ਕਿ ਜਕੜੀਆਂ ਖਾਂ ਦੀ ਮੌਤ ਤੋਂ ਬਾਅਦ ਇਹਦੇ 3 ਪੁੱਤਰ ਨੇ, ਮੀਰ ਬੱਕੀ, ਜਈਆਂ ਖਾਂ ਤੇ ਸ਼ਾਹ ਨਵਾਜ਼। ਸ਼ਾਹ ਨਵਾਜ਼ ਦਾ ਨਾਮ ਜਿਹੜਾ ਹਯਾਤ ਉੱਲਾ ਖਾਂ ਵੀ ਲਿਖਿਆ, ਪਰ ਬਹੁਤਾ ਸ਼ਾਹ ਨਵਾਜ਼ ਹੀ ਚੱਲਦਾ। ਕਹਿੰਦੇ ਜਿਹੜਾ ਮੀਰ ਬੱਕੀ ਉਹ ਬੜਾ ਸੰਤ ਸੁਭਾਅ ਦਾ ਸੀ, ਉਹਨੂੰ ਕੋਈ ਤਖਤਾਂ ਦਾ ਬਹੁਤਾ ਲਾਲਚ ਨਹੀਂ। ਸ਼ਾਹਜਹਾਨ ਤੇ ਜਈਆਂ ਖਾਂ ਦੇ ਵਿੱਚ ਲੜਾਈ ਪੈਂਦੀ ਆ। ਹੁਣ ਇਹਨਾਂ ਦਾ ਮਾਮਾ ਜਿਹੜਾ ਹੈ ਕਮਰੂਦੀਨ ਮੀਤ ਆਤਿਸ਼, ਉਹ ਦਿੱਲੀ ਦਾ ਹੁਕਮਰਾਨ ਸੀ। ਜਦੋਂ ਸ਼ਾਹ ਨਵਾਜ਼ ਨੇ ਚਿੱਠੀ ਭੇਜੀ ਅਬਦਾਲੀ ਨੂੰ ਕਿ ਮੇਰੀ ਮਦਦ ਕਰ, ਉਧਰੋਂ ਤੂੰ ਹਮਲਾ ਕਰ, ਇਧਰੋਂ ਮੈਂ ਤੇਰਾ ਸਾਥ ਦਿਆਂਗਾ ਤੇ ਮੈਨੂੰ ਜਿਹੜਾ ਉਹ ਬਣਦਾ ਰਾਜ ਦਵਾ। ਹੁਣ ਜਦੋਂ ਅਦੀਨਾ ਬੇਗ ਦੇ ਕਹਿਣ ਦੇ ਉੱਤੇ ਸ਼ਾਹ ਨਵਾਜ਼ ਚਿੱਠੀ ਭੇਜਦਾ ਅਬਦਾਲੀ ਨੂੰ,
ਕਮਰੂਦੀਨ ਮੀਰ ਆਤਿਸ਼ ਦੇ ਮਾਮੇ ਨੂੰ ਪਤਾ ਲੱਗਿਆ ਤੇ ਇਹਨੇ ਝਿੜਕੇ ਪਾਈ ਕਿ ਤੂੰ ਸਾਡੀ ਆਪਣੀ ਰਿਆਸਤ ਨੂੰ ਛੱਡ ਕੇ ਤੇ ਤੂੰ ਹੁਣ ਬਾਹਰ ਦਿਆਂ ਦੀ ਮਦਦ ਲਵੇਂਗਾ। ਕਹਿੰਦੇ ਚਲੋ ਇਹ ਮੁੱਕਰ ਗਿਆ ਤੇ ਇਹ ਜਾ ਕੇ ਦਿੱਲੀ ਹੁਣ ਆਪਣੇ ਮਾਮੇ ਕੋਲ ਡੇਰਾ ਲਾ ਕੇ ਬਹਿ ਗਿਆ। ਅਬਦਾਲੀ ਹਮਲਾ ਕਰ ਦਿੰਦਾ ਤੇ ਦੀਵਾਨ ਕੌੜਾ ਮੱਲ, ਇਹਦਾ ਨਾਮ ਕੌੜਾ ਮੱਲ ਸੀ ਪਰ ਇਹਨੂੰ ਸਿੱਖ ਕੌਮ ਨੇ ਇੱਕ ਤਖੱਲਸ ਦਿੱਤਾ ਸੀ, ਇਹ ਕੌੜਾ ਮੱਲ ਹੀ, ਇਹ ਮਿੱਠਾ ਮੱਲ, ਕਿਉਂਕਿ ਇਹਨੇ ਬਹੁਤ ਜ਼ਿਆਦਾ ਗੁਰਦੁਆਰੇ ਉਸ ਸਮੇਂ ਉਸਾਰੇ। ਇਹਦਾ ਅੱਗੇ ਚੱਲੂਗਾ ਥੋੜਾ ਬਹੁਤਾ ਨਾਲ ਨਾਲ ਜ਼ਿਕਰ, ਤੇ ਸਿੱਖਾਂ ਦਾ ਬੜਾ ਮਦਦ ਕਰ ਰਿਹਾ। ਖੈਰ ਜਦੋਂ ਅਬਦਾਲੀ ਹਮਲਾ ਕਰਦਾ, ਹੁਣ ਜਿਹੜੀ ਮੈਂ ਬੇਨਤੀ ਤੁਹਾਨੂੰ ਕਰਨ ਲੱਗਾ, ਇਹ ਮੰਨੂਪੁਰ ਦਾ ਜੰਗ ਸੀ ਜਿਹਦੇ ਵਿੱਚ ਕਮਰੂਦੀਨ ਮੀਰ ਆਤਿਸ਼ ਮਾਰਦਾ। ਇਹਦਾ ਅੱਗੇ ਪੁੱਤਰ ਹੁੰਦਾ ਮੀਰ ਮੰਨੂ, ਜਿਹਦੇ ਪ੍ਰਥਾਏ ਸਾਡਾ ਇਤਿਹਾਸ ਕਹਿੰਦਾ ਮੰਨੂ ਸਾਡੀਆਂ ਦਾਤੀਆਂ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਸੀ ਦੂਣ ਸੁਬਾਣੇ ਹੋਏ। ਇਹ ਜਦੋਂ ਨਵਾਂ ਨਵਾਂ ਬੈਠਾ ਨਾ, ਇਹਨੂੰ ਆਪਣੇ ਲਾਹੌਰ ਦੀ ਗਵਰਨਰ ਹੀ ਮਿਲਦੀ ਆ, ਕਿਉਂਕਿ ਇਹ ਵੀ ਅਬਦਾਲੀ ਦੇ ਅਧੀਨ ਚੱਲ ਗਿਆ ਸੀ। ਖੈਰ ਉਸ ਤੋਂ ਪਿੱਛੇ ਥੋੜਾ ਜਿਹਾ ਚੱਲੋ, 61 ਦੇ ਵਿੱਚ ਮਰਾਠਿਆਂ ਦੇ ਨਾਲ ਜਦੋਂ ਅਬਦਾਲੀ ਦੀ ਲੜਾਈ ਹੁੰਦੀ ਆ, ਬੇਸ਼ੱਕ ਗਿਣਤੀ ਵਿੱਚ ਮਰਾਠੇ ਸਾਡੇ ਨਾਲੋਂ ਵੱਧ ਮਰੇ ਸੀ ਉਸ ਪਾਣੀਪਤ ਦੀ ਜੰਗ ਦੇ ਵਿੱਚ, ਪਰ ਉਹ 'ਚ ਇੱਕ ਫਰਕ ਬੜਾ ਸੀ। ਇਹਨਾਂ ਦੇ ਪਰਿਵਾਰ ਦੱਖਣ 'ਚ ਬੈਠੇ ਆ ਤੇ ਇਹਨਾਂ ਦੇ ਯੋਧੇ ਲੜਦੇ ਆ। ਘੱਲੂ ਘਾਰੇ ਵਿੱਚ ਕੇਵਲ ਸਿੰਘ ਲੜ ਨਹੀਂ ਰਹੇ, ਨਾਲੇ ਕੋਈ ਆਪਣੇ ਭਰਾ ਨੂੰ ਵਿਚਾਰਿਆ, ਕੋਈ ਭੈਣ ਨੂੰ, ਕੋਈ ਪਤਨੀ ਨੂੰ, ਕੋਈ ਬੱਚਿਆਂ ਨੂੰ, ਕੋਈ ਬੁੱਢੇ ਮਾਪਿਆਂ ਨੂੰ, ਨਾਲੇ ਬਚਾਣਾ ਵੀ ਪੈ ਰਿਹਾ ਤੇ ਨਾਲੇ ਲੜਨਾ ਵੀ ਪੈ ਰਿਹਾ। ਤਾਂ ਜੰਗ ਮਹਾਨ ਹੈ। ਮੁਸਲਮਾਨ ਰਾਈਟਰ ਇਹ ਗੱਲ ਲਿਖਦੇ ਆ, ਕਹਿੰਦੇ ਜੇ ਜੰਗ ਲੜਨੀ ਸਿੱਖਣੀ ਤੇ ਸਿੱਖਾਂ ਕੋਲੋਂ ਸਿੱਖੋ। ਸਿੱਖ ਨਿਹੱਥੇ ਤੇ ਵਾਰ ਨਹੀਂ ਕਰਦੇ, ਸਿੱਖ ਭੱਜਦੇ ਤੇ ਵਾਰ ਨਹੀਂ ਕਰਦੇ, ਤੇ ਸਿੱਖ ਕਿਸੇ ਦੀ ਧੀ ਭੈਣ ਤੇ ਵਾਰ ਨਹੀਂ ਕਰਦੇ। ਤੇ ਦੂਜੇ ਪਾਸੇ ਸਾਡੀ ਕੌਮ ਨਾਲ ਕੀ ਕੀ ਹੋ ਰਿਹਾ ਸੀ ਵੱਡੇ ਕੱਲੂ ਘਾਰੇ ਦੇ ਅੰਦਰ। ਕਹਿੰਦੇ ਆ ਕਿ ਜਦੋਂ ਲੱਖਾਂ ਦੇ ਹਿਸਾਬ ਦੇ ਦਲ ਮਰਾਠਿਆਂ ਨੂੰ ਕਤਲੋਗਾਹ ਕੀਤਾ ਸੀ ਨਾ ਅਬਦਾਲੀ ਨੇ, ਸੰਗਤ ਜੀ ਉਸ ਸਮੇਂ 11 ਸਾਲ ਮਰਾਠੇ ਮੁੜ ਕੇ ਉੱਠ ਨਹੀਂ ਸੀ ਸਕੇ। ਹਿੰਮਤ ਨਹੀਂ ਸੀ ਪਈ ਉਹਨਾਂ ਦੀ ਕਿ ਉਹ ਫਿਰ ਕਿਸੇ ਜਰਬਾਨੇ ਦੇ ਨਾਲ ਟਾਕਰਾ ਲੈ ਸਕਣ। ਹੁਣ ਚਲੋ ਮਰਾਠਿਆਂ ਦਾ ਮਾਲ ਲੁੱਟਿਆ, ਤਨਾਂ ਦੀਆਂ ਠਿਕਰੀਆਂ ਭੰਨੀਆਂ ਤੇ 2200 ਧੀਆਂ ਦੀ ਗੱਲ ਚੱਲਦੀ ਹੈ, ਕਿਉਂਕਿ ਮੈਂ ਸਤਿਕਾਰਤ ਸ਼ਬਦ ਵਰਤ ਰਿਹਾ। 2200 ਬੱਚੀਆਂ ਇਹਨਾਂ ਨੇ ਹਿੰਦੁਸਤਾਨ ਦੀਆਂ ਅਗਵਾ ਕੀਤੀਆਂ, ਗ੍ਰਿਫਤਾਰ ਕੀਤੀਆਂ ਤੇ ਅਫਗਾਨਿਸਤਾਨ ਨੂੰ ਲੈ ਤੁਰਿਆ। ਇਸ ਗੱਲ ਦਾ ਪਤਾ ਜਦੋਂ ਜੱਸਾ ਸਿੰਘ ਆਹਲੂਵਾਲੀਏ ਨੂੰ ਲੱਗਾ ਤੇ ਗੋਇੰਦਵਾਲ ਦੇ ਨੇੜੇ ਹੀ ਪੱਤਨ ਤੇ ਘੇਰ ਲਿਆ ਸੀ। ਰਾਤ ਵੱਜਦੇ ਸੀ 12 ਤੇ ਫਿਰ ਜਾ ਕੇ ਸਿੰਘ ਹਮਲੇ ਕਰਦੇ ਸੀ, ਨਾਲੇ ਸੌਦਾ ਲਾਉਂਦੇ ਸੀ। ਜਿੱਥੇ ਧਨ ਪਦਾਰਥ ਲੁੱਟਦੇ ਸੀ, ਉੱਥੇ ਸਤਿਕਾਰ ਦੇ ਨਾਲ ਹਿੰਦੁਸਤਾਨ ਦੀਆਂ ਇੱਜ਼ਤਾਂ ਨੂੰ ਉਹਨਾਂ ਦੇ ਘਰਾਂ 'ਚ ਪਹੁੰਚਾਇਆ ਸੀ। ਇਹ ਇਤਿਹਾਸ ਹੈ 12 ਵਜੇ ਦਾ। ਸੋ ਖੈਰ ਜਦੋਂ ਇਹ ਇਤਿਹਾਸ ਚੱਲਦਾ, ਹੁਣ ਵੇਖੋ ਮੂੰਹ ਦੀ ਇਹਨੇ ਬੜੀ ਵਾਰੀ ਖਾਧੀ ਆ। ਸਿੱਖਾਂ ਦੇ ਨਾਲੇ ਅੱਗੇ ਜਿਹੜਾ ਸੀ ਬੜਾ ਕਹਿ ਲੋ ਕਿ ਅੰਦਰੋਂ ਤਪਿਆ ਪਿਆ ਸੀ ਕਿ ਮੈਂ ਕਿਵੇਂ ਇਹਨਾਂ ਨਾਲ ਟਾਕਰਾ ਲੈ ਕੇ ਇਹਨਾਂ ਨੂੰ ਨੇਸ ਤੋਂ ਨਬੂਦ ਕਰਾਂ। ਇਧਰਲੇ ਪਾਸੇ ਕੀ ਹੋਇਆ ਕਿ ਜਦੋਂ ਸ਼ਾਹਜਹਾਨ ਦੇ ਕਹਿਣ ਦੇ ਉੱਤੇ ਇੱਥੇ ਆਇਆ, ਮੰਨੂਪੁਰ ਇੱਕ ਇਲਾਕਾ ਜਿੱਥੇ ਕਮਰੂਦੀਨ ਮੀਰ ਆਤਿਸ਼ ਦੀ ਮੌਤ ਹੁੰਦੀ ਆ। ਪੁਰਾਣੇ ਸਮਿਆਂ 'ਚ ਨਾ ਜਦੋਂ ਜਰਨੈਲ ਮਰ ਜਾਣਾ ਤੇ ਫੌਜਾਂ ਮੈਦਾਨ ਛੱਡ ਦਿੰਦੀਆਂ ਸੀ। ਮੀਰ ਮੰਨੂ ਨੇ ਇੱਥੇ ਦਿਮਾਗ ਵਰਤਿਆ, ਪਿਤਾ ਦੇ ਮਰਨ ਦੀ ਖਬਰ ਨਹੀਂ ਬਾਹਰ ਜਾਣ ਦਿੱਤੀ। ਮੁਸਲਮਾਨ ਸੀ, ਤੰਬੂ ਵਿੱਚ ਹੀ ਨੱਪ ਦਿੱਤਾ ਤੇ ਇਹ ਵਾਰ ਕਹਿਤਾ ਕਿ ਪਿਤਾ ਜੀ ਬਿਮਾਰ ਹੋ ਗਿਆ, ਕਮਾਨ ਮੈਂ ਸੰਭਾਲਾਂਗਾ। ਕਹਿੰਦੇ ਆ ਕਿ ਭਾਣਾ ਵੀ ਰੱਬ ਦਾ ਇਹ ਵਾਪਰਿਆ ਕਿ ਅਬਦਾਲੀ ਦੀਆਂ ਫੌਜਾਂ ਦੇ ਗੱਡਿਆਂ ਤੇ ਜਿਹੜਾ ਬਰੂਦ ਲੱਦਿਆ ਸੀ, ਗੋਲੇ ਨੂੰ ਚਲਾਨ ਕਰਕੇ ਇੱਕ ਚਿੰਗਾੜੀ ਉਹਦੇ ਆਪਣੇ ਹੀ ਅਸਬੇ ਤੇ ਪੈ ਗਈ ਤੇ ਬਰੂਦ ਤੇ ਚਿੰਗਾੜੀ ਪੈਣ ਕਰਕੇ ਉਹਦਾ ਸਾਰਾ ਜਿਹੜਾ ਸੀ ਤੋਪਾਂ, ਗੋਲੇ, ਬਰੂਦ ਤੇ ਬਹੁਤ ਨੁਕਸਾਨ ਹੋਇਆ, ਜਿਸ ਕਰਕੇ ਅਬਦਾਲੀ ਨੂੰ ਪਿੱਛੇ ਮੁੜਨਾ ਪਿਆ। ਮੀਰ ਮੰਨੂ ਦੀ ਜਿੱਤ ਹੁੰਦੀ ਆ। ਬਾਅਦ ਵਿੱਚ ਜਿਵੇਂ ਅਸੀਂ ਜ਼ਿਕਰ ਕੀਤਾ ਕਿ ਮੀਰ ਮੰਨੂ ਜਦੋਂ ਗਵਰਨਰ ਬਣਦਾ ਤੇ ਉਹਨੇ ਸਿੱਖਾਂ ਨਾਲ ਨਵੀਂ ਨਹੀਂ ਵਿਗਾੜੀ, ਉਹਨੇ ਹੀ ਲਖਪਤ ਰਾਏ ਨੂੰ ਸਿੱਖਾਂ ਦੇ ਹਵਾਲੇ ਕੀਤਾ। ਫਿਰ ਬਾਅਦ ਵਿੱਚ ਇਹ ਜਦੋਂ ਅਬਦਾਲੀ ਦਾ ਪਿੱਠੂ ਬਣਦਾ, ਫਿਰ ਇਹਨੇ ਸਿੱਖਾਂ ਤੇ ਤਸ਼ੱਦਦ ਕਰਨੇ ਸ਼ੁਰੂ ਕੀਤੇ ਅਬਦਾਲੀ ਦੇ ਕਹਿਣ ਤੇ। ਹੁਣ ਸੰਗਤ ਜੀ ਸਮਾਂ ਜਿਹੜਾ ਆਪਣਾ ਚੱਲਦਾ ਜਾਂਦਾ, ਇੱਥੇ ਇੱਕ ਨਾ ਨੂਰ ਦੀ ਸਰਾਂ ਕਰਕੇ ਇੱਕ ਇਲਾਕਾ ਸਾਡੇ ਇਤਿਹਾਸ 'ਚ ਆਉਂਦਾ। ਕਹਿੰਦੇ ਆ ਕਿ ਇੱਥੇ ਇੱਕ ਵਾਰੀ ਅਬਦਾਲੀ ਦੀਆਂ ਫੌਜਾਂ ਰੁਕੀਆਂ ਸੀ ਜਦੋਂ ਮੰਨੂਪੁਰ ਉਹਨੇ ਹਮਲਾ ਕਰਨ ਜਾਣਾ ਸੀ। ਉਹਦੇ ਉੱਥੇ ਹੀ ਥੋੜੇ ਜਿਹੇ ਦੂਰ ਸਾਡੇ ਜੱਸਾ ਸਿੰਘ, ਚੜਤ ਸਿੰਘ ਤੇ ਇੱਥੇ ਹੋਰ ਜਿਹੜੇ ਸਾਡੇ ਸਿੰਘਾਂ ਦੇ ਨਾਮ ਆਉਂਦੇ ਆ ਉਸ ਸਮੇਂ, ਇਹਨਾਂ ਨੇ ਬਿਉਂਤ ਕੀਤੀ ਕਿ ਕਿਉਂ ਨਾ ਹੋਵੇ ਆਪਾਂ ਇਹਨਾਂ ਤੇ ਹਮਲਾ ਕਰੀਏ। ਤੇ ਕੁਝ ਵਿਦਵਾਨ ਕਹਿਣ ਲੱਗੇ ਕਿ ਉਸ ਸਮੇਂ ਜਥੇਦਾਰ ਕਿ ਬਿਲਕੁਲ ਨਹੀਂ, ਉਹ ਸਾਡੇ ਨਾਲ ਤੇ ਲੜਨ ਨਹੀਂ ਆਇਆ,
पर विचों जस्सा सिंह कहन लगे अज साडे ते नहीं आया पर कल नूं चढ़ के आएगा। अज हमला करके ते पता करिए दी रणनीति की है, इहदे कोलों असला किदां दा है, इन्हां दीयां फौजां लड़दे किवें आ। खैर इत्थे दो हत्थ हुंदे आ। उस तो बाद हुण जदों 61 का समा आया ना तो अक्तूबर नूं 27-28 अक्तूबर नूं जिहड़ा सरबत खालसा इकट्ठा हुंदा है दरबार साहब। इत्थे घट्टो घट्ट 12 मिसलों चों 11 मिसलां हुंदियां ने, क्योंकि एक मिसल थोड़ी दुरेडे सी। इन्हां ने सारी कौम ने जस्सा सिंह आलूवालिया की सरप्रस्ती हेठ एक झंडे थल्ले लड़न दा, एक झंडे थल्ले फैसले करन दा ते उस समय जिहड़ा सी आगू वो इनू मन्निया सी अपने जस्सा सिंह जी नूं, ते इन्हां नूं सुल्ताने उल कौम दा खिताब भी साडी कौम वालों मिलिया। हुण संगत जी इस मते विच ना दो गल्लां पास होईयां। पहली गल ध्यान नाल सुणिओ, सानूं साडी हिस्टरी दा पता होना चाहिए। उस समय कौम ने कहा सी कि पंजाब दा खिता शुरू तो आजाद रहा, क्योंकि हिंदुस्तान दा कदे हिस्सा नहीं रहा सी। पंजाब नूं ना अफगानां दे अधीन होण देना ते ना इन्हां नूं मुगलां दे अधीन होण देना। पंजाब आज़ाद रहा तो पंजाब आज़ाद ही रहूगा, उहदे लई सानूं आपा क्यों ना वारना पवे। दूजी ये मता पास होया कि जेड़े मुखबर ने टाउट ने जेड़े जेड़े जाके साडा भेद दिंदे आ उन्हां नूं लो हुण दो दो हत्थ करो। उन्हां विच सब तो पहले नंबर ते जंडियाले दा जिहड़ा आकिलदास निरंजनीया ये ओ सी जिन्हें तारू सिंह की शिकायत की सी जाके तू जंगलों च लभदा तेरे दुश्मन तां तेरे पिंडां 'च ही तुरे फिरदे आ। वेखो निहत्थियां ते इन्हें हमले कराए सी। हर भगत निरंजनीए दे अगों आकलदास जिहड़े इन्हां दे खानदान च होए आ। हुण जदों जंडियाले नूं सिखां ने घेरिया ना जी, इन्हें अपना एक बंदा जिहड़ा सी वो अबदाली वाल भेजिया ते अबदाली अफगानिस्तान तो चढ़ के रोहतास दे लागे तक आ गया सी। ते एक गल बड़ी कमाल दी सुनियो, कहते जदों पुराने समयां दे अंदर ना किसी नूं चिट्ठी दे के भेजना हुंदा सी छेती, ते उदों उस ऊठनी दी वरतों कीती जांदी सी जिहदी कुख तो बच्चे नहीं सी लए जांदे। तुसीं कहोगे में क्यों? क्योंकि ओदी ताकत नूं साम के रखिया जांदा सी। ते ऊठनी ते घोड़ियां च फर्क ये हुंदा है, ऊठनी नूं एक बारी पट्ठा पानी पिला दिओ 1 घंटे च 72 किलोमीटर सफर कर जांदी सी कि सब तो वध तेज। उन्हें उस ऊठनी नूं वरतिया कि जिन्नी छेती हो सकता है तला दे। ये घल्लू घारे दे कारण तुहानूं जिहड़ा तुहाडे सामने रखदा पिया। इधरों फौजां ने जंडियाला घेरिया, रोहतास दे इलाके च जिहड़ा सी अबदाली अगे फौजां लैके सिखां नूं मार मुकाउण तुरिया। जदों इनू पता लगा ना जी, इन्हें फिर जहाद का झंडा झुलाया ते जिन्ने भी घट्टो घट्ट 22-24 जिन्ने इन्हां दे जत्थे सी सारे फौजां जरनैलां नूं इकट्ठिया कर लिया। उन्हां नूं इकट्ठिया करके हैदरी झंडे थल्ले लिया के क्या ते इन्हां दे सिर ते लाल पग्गां दा जिक्र किया जाता है कि ये लाल पग्गां इन्हां दी निशानी सी उस समय कि एक उस कौम नूं आपां अज धरती तो मिटा देना है, तुसी मेरा साथ दिओ। उस कौम नूं खालसा कौम कहंदे आ। ते हुण जदों ये जंडियाले नूं तुरिया, इत्थे सिखां नूं भी पता लग गया जिहड़े उस समय जंडियाले नूं घेर के बैठे आ। संगत जी सिखां ने हुण ये सोचिया कि जे इत्थे दो दो हत्थ कीते ते साडा बहुत नुकसान हो जाना। असी इत्थों क्यों ना होवे अपने परिवार नूं पहलां सुरक्षित करिए ते फिर आपां इहदे नाल दो दो हत्थ लवांगे। सिख जंडियाले दा घेरा छड्ड के बरनाले नूं जाना चाहते सी, क्योंकि जिहड़ा मालवा इलाका सी ना उत्थे साडी सिखां दी बड़ी भरमार सी। ਉਹ उस समय बाबा आला सिंह बड़े मशहूर होए ने जिन्हां दा ਉਹ इलाका सी कि किसी तरीके नाल लखी जंगल मालवे दे साडे परिवार सुरक्षित हो जावन, असी दो दो हत्थ करांगे। ये कहंदे इधरों तुर पे ते बड़ी स्पीड जिहड़ी सी ਉਹ अबदाली लैके जंडियाले आया। अजे साडा जिहड़ा ये जत्था सी कुप रहीड़ा जिन्हों असी कहने जिथे भाणे वापरदे आ, इत्थे पहुंचा। हुण इथों जिहड़ा सुनिया ना जी, मलेर कोटलीए दा जिहड़ा हाकम है वो जिहड़ा सी भीखण खां दा नाम इतिहास ने दिता, वो चिट्ठी भेजदा कहन लगा अबदाली जे तू सिखां दा खुरा खोज मिटाउणा चाहुंदा ते बड़ा चंगा समा ही ना, इत्थे कोई ना कोई चंगा मैदान है ना किले आ, इत्थे परिवार भी नाले बच्चियां समेत इन्हां नूं आके तू कतल करके खत्म कर दे। 1 फरवरी की गल है ते 5 फरवरी नूं वड्डा घल्लूघारा हुंदा है। हुण
ਜਦੋਂ ਇਹਨੂੰ ਪਤਾ ਲੱਗਾ ਨਾ ਜੀ ਹੁਣ ਨਾਂ ਸੁਣਿਓ ਥੋੜੇ ਧਿਆਨ ਨਾਲ। ਸਰਹੰਦ ਦਾ ਉਦੋਂ ਜਿਹੜਾ ਹਾਕਮ ਹੈ ਜੈਨ ਖਾਂ ਹੈ, ਭੀਖਣ ਖਾਂ ਮਲੇਰਕੋਟਲੇ ਦਾ ਹੈ, ਕਾਸਮ ਖਾਂ, ਜਹਾਨ ਖਾਂ, ਉਹਦੇ ਵਿੱਚ ਫਿਰ ਹੋਰਾਂ ਦੇ ਬੜੇ ਨਾਮ ਆਉਂਦੇ ਆ। ਇੱਕ ਲక్ష్ਮੀ ਨਾਰਾਇਣ ਹੋਇਆ, ਇਹ ਜਿਹੜਾ ਜੈਨ ਖਾਂ ਦਾ ਜਿਹੜਾ ਸੀ ਉਹਦੇ ਨਾਲ ਹੁੰਦਾ ਸੀ ਉਹਦਾ ਸਾਥੀ। ਅਬਦਾਲੀ ਨੇ ਇੱਕ ਗੱਲ ਕਹਿ ਕੇ ਭੇਜੀ ਕਿ ਤੁਸੀਂ ਮੈਨੂੰ 3 ਦਿਨ ਲੱਗ ਜਾਣੇ ਇੱਥੇ ਆਉਣ ਨੂੰ, ਕਿਉਂਕਿ ਜੰਡਿਆਲੇ ਤੋਂ ਕੁੱਪਰਹੀੜੇ ਤੱਕ ਪਹੁੰਚਣ ਲਈ ਜੇ ਮੈਂ 1 ਨੂੰ ਤੁਰਿਆ ਤੇ 3 ਨੂੰ ਪਹੁੰਚਾਂਗਾ, ਤੇ ਤੁਸੀਂ ਮੇਰੇ ਆਉਣ ਤੱਕ ਇਸ ਜੱਥੇ ਨੂੰ ਹਿੱਲਣ ਨਹੀਂ ਦੇਣਾ। ਇਹਨਾਂ ਤੇ ਜਿੰਨਾ ਵਾਰ ਹੁੰਦਾ, ਜਿੰਨੀਆਂ ਫੌਜਾਂ ਚਾਹੀਦੀਆਂ, ਚੜ ਕੇ ਇਹਨਾਂ ਤੇ ਹਮਲਾ ਕਰੋ। ਇੱਥੇ ਫਿਰ ਸਰਹੰਦ ਦਾ ਨਵਾਬ, ਮਲੇਰਕੋਟਲੀਆਂ ਨਵਾਬ, ਕਾਸਮ ਖਾਂ, ਲక్ష్ਮੀ ਨਾਰਾਇਣ ਤੇ ਹੋਰਾਂ ਦੇ ਜਿਹੜੇ ਨਾਮ ਚੱਲਦੇ ਆ, ਇਹਨਾਂ ਨੇ ਸੰਗਤ ਜੀ ਸਿੱਖਾਂ ਦਾ ਅੱਗੋਂ ਰਾਹ ਰੋਕ ਲਿਆ ਕੁੱਪਰਹੀੜੇ। ਜਦੋਂ 3 ਫਰਵਰੀ ਤੋਂ 4 ਫਰਵਰੀ ਦੀ ਸਵੇਰ ਹੁੰਦੀ ਆ, ਅੰਮ੍ਰਿਤ ਵੇਲਾ ਜਿਹਨੂੰ ਕਹਿ ਲਓ, ਇਹ ਸਮਾਂ ਚਲੋ ਹੁਣ ਤੇ 7 ਵੱਜ ਗਏ ਨੇ। ਕਹਿੰਦੇ ਆ ਕਿ ਕੁਝ ਸਿੰਘ ਇਸ਼ਨਾਨ ਕਰ ਰਹੇ ਆ, ਕੁਝ ਸਿੰਘ ਨਿਤਨੇਮ ਕਰ ਰਹੇ ਆ, ਕੁਝ ਆਪਣੀ ਕਿਰਿਆ ਸੋਧਦੇ ਪਏ, ਤੇ ਇਹਨਾਂ ਨੇ ਹਮਲਾ ਕਰਤਾ ਜੀ। ਹਮਲੇ ਦੀ ਜਿਹੜੀ ਨੀਤੀ ਹੁੰਦੀ ਆ ਨਾ, ਉਹ ਸੂਰਜ ਚੜਿਆ ਜੰਗੇ ਮੈਦਾਨ 'ਚ ਲਲਕਾਰਨਾ। ਤੇ ਸਿੱਖ ਵਿਚਾਰੇ ਅਚਨਚੇਤ ਹਮਲਾ, ਉਹਨਾਂ ਨੂੰ ਨਹੀਂ ਪਤਾ ਕਿ ਇਹ ਡੁੱਬਦੇ ਸੂਰਜ ਹੀ ਅਜੇ ਹਮਲਾ ਕਰ ਦੇਣਗੇ। ਕਹਿੰਦੇ ਬੜਾ ਭਾਰੀ ਨੁਕਸਾਨ ਹੋਇਆ ਸਿੱਖਾਂ ਦਾ ਪਹਿਲੇ ਹਮਲੇ 'ਚ, ਕਿਉਂਕਿ ਸਿੱਖਾਂ ਨੇ ਅਜੇ ਤੱਕ ਕਿੰਨੇ ਕੁ ਸ਼ਸਤਰ ਸੰਭਾਲ ਲੈਣੇ ਸੀ। ਜਦੋਂ ਇਹਨਾਂ ਹਮਲਾ ਕੀਤਾ ਅਚਨਚੇਤ, ਆਖਿਰਕਾਰ ਸਿੱਖਾਂ ਨੇ ਵੀ ਹੁਣ ਜਿਹੜਾ ਸੀ ਉਹ ਸ਼ਮਸ਼ੀਰਾਂ ਨੂੰ ਹੱਥ ਪਾਇਆ, ਘੋੜਿਆਂ ਤੇ ਚੜੇ। ਸੰਗਤ ਜੀ ਇਹ ਜੰਗ ਚੱਲਦਾ ਗਿਆ, ਆਪਣੇ ਸਿੰਘ ਵੀ ਸ਼ਹੀਦ ਹੁੰਦੇ ਗਏ। ਪਰ ਫਿਰ ਮੈਂ ਬੇਨਤੀ ਤੁਹਾਨੂੰ ਕਰਾਂ, ਸਿੱਖ ਲੜਦੇ ਘੱਟ ਸੀ, ਬਚਾ ਜ਼ਿਆਦਾ ਰਹੇ ਸੀ। ਸਿੱਖਾਂ ਨੇ ਛੋਟੇ ਘੱਲੂਘਾਰੇ ਵਿੱਚ ਵੀ ਗੋਲ ਧਾਰਾ ਬਣਾ ਕੇ ਲੜਾਈ ਕੀਤੀ ਆ, ਤੇ ਇੱਥੇ ਵੀ ਪਰਿਵਾਰਾਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਮਾਲ ਡੰਗਰ ਤੇ ਕੁਝ ਆਪਣਾ ਸਮਾਨ ਵੀ ਨਾਲ ਸੀ। ਕਹਿੰਦੇ ਸਾਰਿਆਂ ਨੂੰ ਗੱਬੇ ਲੈ ਕੇ ਆਪ ਗੋਲ ਧਾਰਾ ਕਰ ਲਿਆ। ਜੋ ਸਟੈਚਰ ਜੀ ਆਪਾਂ ਕਹਿ ਲਈਏ, ਇੱਥੇ ਬਿਉਂਤਬੰਦੀ ਘੜੀ ਗਈ ਆ। ਤੇ ਫਿਰ ਕੁਝ ਸਿੰਘ ਅੱਗੇ ਲਾਏ, ਤੇ ਆਲਾ ਸਿੰਘ ਦੇ ਜਿਹੜੇ ਨੇ ਕੋਤਵਾਲ, ਸੰਗੂ ਸਿੰਘ, ਭਾਈ ਬੁੱਢਾ ਸਿੰਘ ਤੇ ਇੱਕ ਭਾਈ ਸਖੂ ਸਿੰਘ, ਇਹ ਰਾਹ ਦੱਸਦੇ, ਰਾਹ ਦੇ ਭੇਤੀ ਸੀ ਕਿ ਕਿਵੇਂ ਬਰਨਾਲੇ ਵਾਲੀ ਸਾਈਡ ਨੂੰ ਨਿਕਲਣਾ। ਕਹਿੰਦੇ ਆ ਕਿ ਸਿੰਘ ਇੱਥੇ ਲੜਦੇ ਆ, ਪਰਿਵਾਰਾਂ ਨੂੰ ਬਚਾਉਂਦੇ ਆ, ਦੁਸ਼ਮਣਾਂ ਦੇ ਆਹੂ ਲਾਉਂਦੇ ਆ। ਸਿੱਖਾਂ ਨੇ ਛਾਤੀਆਂ ਢਾ ਕੇ ਕਿਲੇ ਬਣਾਏ, ਪਰ ਸਿੱਖਾਂ ਦਾ ਵੀ ਨੁਕਸਾਨ ਹੋਇਆ, ਉਹਨਾਂ ਦਾ ਜ਼ਿਆਦਾ ਨੁਕਸਾਨ ਸੀ। 2.5 ਲੱਖ ਦੀ ਗੱਲ ਕਰਦੇ ਆ ਕਿ ਇੰਨੀ ਫੌਜ ਲੈ ਕੇ ਜਿਹੜਾ ਸੀ ਉਹ ਚੜ ਗਿਆ। ਉਹਦਾ ਇੱਕ ਕਾਰਨ ਪਤਾ ਕੀ ਸੀ? ਜਦੋਂ ਆਕਲ ਦਾਸ ਨੂੰ ਅਬਦਾਲੀ ਮਿਲਦਾ, ਉਹਨੇ ਝੂਠ ਬੋਲਿਆ, ਕਹਿਣ ਲੱਗਾ 90,000 ਦੀ ਗਿਣਤੀ ਹੈ ਸਿੰਘਾਂ ਦੀ, ਪਰ ਇੰਨੀ ਨਹੀਂ ਸੀ, 22 ਤੋਂ 40,000 ਗਿਣਤੀ ਕੀਤੀ ਜਾਂਦੀ, ਜਿਹਦੇ ਵਿੱਚੋਂ 35,000 ਜਿਹੜਾ ਸੀ ਵੱਡੇ ਘੱਲੂਘਾਰੇ 'ਚ ਸਾਡਾ ਸਰਬਨਾਸ਼ ਹੁੰਦਾ। ਹੁਣ ਉਹਨੇ ਤਾਂ ਕਰਕੇ ਆਪਣੀ ਗਿਣਤੀ ਹੋਰ ਵਧਾਈ। ਇੱਕ ਗੱਲ ਹੋਰ ਧਿਆਨ ਨਾਲ ਸੁਣੋ, ਮੁਰਤਜ਼ਾ ਖਾਂ ਵੀ ਇਹਦੇ ਵਿੱਚ ਕਹਿਣ ਲੱਗਾ, ਜਿਹੜਾ ਅਬਦਾਲੀ ਹੈ, ਕਹਿੰਦਾ ਕਿ ਮੈਨੂੰ ਨਹੀਂ ਪਤਾ, ਮੇਰੀਆਂ ਫੌਜਾਂ ਨੂੰ ਨਹੀਂ ਪਤਾ ਕਿ ਸਿੱਖ ਕੌਣ ਹੈ ਤੇ ਤੁਹਾਡੀਆਂ ਫੌਜਾਂ ਕਿਹੜੀਆਂ। ਤੁਸੀਂ ਆਪਣੀਆਂ ਸਿਰਾਂ ਦੀਆਂ ਦਸਤਾਰਾਂ ਤੇ ਹਰੇ ਪੱਤੇ ਬੰਨਣੇ ਆ, ਤੇ ਮੈਂ ਆਪਣੀ ਇੱਥੋਂ ਦੀ ਫੌਜ ਨੂੰ ਦੱਸ ਦਿਆਂਗਾ ਕਿ ਜਿਨ੍ਹਾਂ ਦੇ ਸਿਰ ਤੇ ਹਰੇ ਪੱਤੇ ਹੋਵਣ ਦਸਤਾਰਾਂ ਤੇ, ਉਹਨਾਂ ਤੇ ਹਮਲਾ ਨਹੀਂ ਕਰਨਾ, ਉਹ ਸਾਡੇ ਨਾਲ ਦੇ ਹੀ ਆ। ਹੁਣ ਜਦੋਂ ਕਹਿੰਦੇ ਆ ਕਿ ਇਧਰੋਂ ਸਿੱਖਾਂ ਨੇ ਬੜੀ ਜ਼ੋਰ ਦੀ ਹਮਲਾ ਕੀਤਾ ਨਾ, ਕਾਸਮ ਖਾਂ ਜਿਹੜਾ ਸੀ ਉਹ ਮਲੇਰਕੋਟਲੇ ਤੋਰੇ ਸਾਹ ਨਹੀਂ ਲਿਆ ਉਹਨੇ। ਉਹ ਮੁੜ ਕੇ 10 ਘੰਟੇ ਲੜਾਈ ਲੱਗੀ ਰਹੀ, ਉਹ ਨਹੀਂ ਪੈਰਾਂ ਤੇ ਆਇਆ, ਕਿਉਂਕਿ ਸਿੰਘ ਜਦੋਂ ਵਗਾਰਦੇ ਸੀ ਨਾ, ਤੇ ਸੰਗਤ ਜੀ ਰੂਹਾਨੀ ਸ਼ਹੀਦ ਸਿੰਘਾਂ ਦੀਆਂ ਜਿਹੜੀਆਂ ਸੀ, ਉੱਥੇ ਲੋਥਾਂ ਵੀ ਬੋਲਦੀਆਂ ਸੀ, ਉੱਥੇ ਬਾਜਾਂ ਵਾਲੇ ਦੀ ਬਖਸ਼ਿਸ਼ ਬੋਲਦੀ ਸੀ, ਉੱਥੇ ਬਾਣੀ ਦਾ ਪ੍ਰਤਾਪ ਬੋਲਦਾ ਸੀ, ਉੱਥੇ ਸੱਚ ਨੂੰ ਮਰ ਮਿਟਣ ਦੇ ਲਈ ਬਾਣੀ ਜਿਹੜੀ ਸੀ ਉਹ ਪ੍ਰਚੰਡ ਹੋ ਕੇ ਗੱਜਦੀ ਸੀ। ਹੁਣ ਇਹਨੇ ਆਪਣੀਆਂ ਵੀ ਫੌਜਾਂ ਤੇ ਹਮਲਾ ਕੀਤਾ ਸੀ, ਬਾਅਦ ਚ ਪਤਾ ਲੱਗਾ ਨਹੀਂ ਇਹ ਤਾਂ ਸਾਡੇ ਆਪਣੇ ਹੀ ਨੇ। ਆਖਿਰਕਾਰ ਸੰਗਤ ਜੀ 6 ਲਗਾਤਾਰ ਹਮਲੇ ਹੁੰਦੇ ਆ, ਸਿੱਖ ਜਿੰਨੇ ਸ਼ਹੀਦ ਹੁੰਦੇ ਆ ਹੋਰ ਅੱਗੇ ਆਉਂਦੇ ਆ। ਜਦੋਂ ਪਤਾ ਲੱਗਾ ਨਾ ਸਿੰਘਾਂ ਨੂੰ ਕਿ ਹੁਣ ਵਹੀਰ ਨੂੰ ਕਿਸੇ ਤਰੀਕੇ ਨਾਲ ਆਪਾਂ 3-4 ਕੋ ਅੱਗੇ, ਜਿਹੜੀ ਵਹੀਰ ਅਜੇ ਤੁਰੀ ਸੀ ਕੁੱਪਰਹੀੜੇ ਤੋਂ, ਕਿਉਂਕਿ ਇਹ ਚੱਲਦੀ ਲੜਾਈ ਹੋ ਰਹੀ ਆ। ਰਤਨ ਸਿੰਘ ਭੰਗੂ ਪ੍ਰਾਚੀਨ ਗ੍ਰੰਥ ਦੇ ਅੰਦਰ ਲਿਖਦਾ ਹੈ ਕਿ ਜੱਸਾ ਸਿੰਘ ਆਲੂਵਾਲੀਆ ਕਹਿੰਦੇ ਸੀ, ਲੜ ਲੜ ਤੁਰੋ, ਤੁਰ ਤੁਰ ਲੜੋ। ਕਹਿੰਦੇ ਕਿ ਲੜਦਿਆਂ ਤੁਰੀ ਚੱਲੋ, ਤੇ ਜਿੱਥੇ ਲੋੜ ਪਵੇ ਉੱਥੇ ਘੜੀ ਰੁਕ ਕੇ ਵੀ ਜੰਗ ਲੜੋ। ਪਰ ਹੁਣ ਸਾਨੂੰ ਜ਼ਿਆਦਾ ਇਹ ਹੈ ਕਿ ਅਸੀਂ ਆਪਣੇ ਪਰਿਵਾਰ ਨੂੰ, ਆਪਣੀ ਕੌਮ ਦੇ ਅੱਗੇ ਭਵਿੱਖ ਨੂੰ ਕਿਵੇਂ ਬਚਾਈਏ। ਜਦੋਂ ਲੜਾਈ ਬਹੁਤ ਜ਼ਿਆਦਾ ਹੁੰਦੀ ਗਈ, ਕਤਲੇਆਮ ਹੁੰਦਾ ਗਿਆ,
ਚੜਤ ਸਿੰਘ ਜਿਹੜਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ, ਉਸ ਸਮੇਂ ਇਸ ਜੰਗ 'ਚ ਉਹਨੇ ਨਾ ਇੱਕ ਗੱਲ ਕਹੀ ਚੱਲਦੀ ਲੜਾਈ 'ਚ, ਕਹਿਣ ਲੱਗਾ ਕਿ ਇਦਾਂ ਕਰੋ ਮਿਸਲਾਂ ਨੂੰ ਵੰਡ ਲਓ ਆਪਸ 'ਚ। ਤੇ ਜਿਵੇਂ ਉਹ ਜੱਥੇ ਬਣਾ ਲੜਦਾ ਪਿਆ ਕਾਸਮ ਖਾਨ ਨੂੰ, ਕਦੇ ਜਹਾਨ ਖਾਨ ਨੂੰ, ਕਦੇ ਜੈਨ ਖਾਨ ਨੂੰ, ਕਦੇ ਲక్ష్ਮੀ ਨਾਰਾਇਣ ਨੂੰ, ਕਦੇ ਉਹ ਹੋਰਾਂ ਨੂੰ ਅੱਗੇ ਭੇਜਦਾ, ਐਵੇਂ ਆਪਾਂ ਵੀ ਜੱਥੇ ਬਣਾ ਲਈਏ। ਜੱਸਾ ਸਿੰਘ ਦੇਖੋ ਪਿਆਰ ਕਿੰਨਾ ਸੀ, ਅੱਜ ਵਰਗੀ ਨਹੀਂ ਸੀ ਕੌਮ ਕਿ ਜੇ 4 ਬੰਦੀ ਸਿੰਘਾਂ ਦੀ ਰਿਹਾਈ ਲਈ ਜਾਂਦੇ ਆ ਤੇ 4 ਲੱਤਾਂ ਖਿੱਚਣ ਨੂੰ ਤਿਆਰ ਹੋ ਜਾਂਦੇ। ਤਾਂ ਹੀ ਤੇ ਸਾਡਾ ਅੱਜ ਭਲਾ ਨਹੀਂ ਹੋ ਰਿਹਾ ਸਾਡੀ ਕੌਮ ਦਾ। ਉਦੋਂ ਕੀ ਸੀ, ਚੜਤ ਸਿੰਘ ਵਰਗਾ ਮਹਾ ਯੋਧਾ ਜਿਹੜਾ ਸੱਚ ਐਵੇਂ ਕਹਿਣ ਲੱਗਾ ਕਿ ਮਿਸਲਾਂ ਬਣਾ ਕੇ ਲੜੋ। ਜੱਸਾ ਸਿੰਘ ਆਹਲੂਵਾਲੀਆ ਕਹਿਣ ਲੱਗਾ ਕਿ ਇਹ ਜੱਥੇ ਬਣਾ ਕੇ ਲੜਨ ਦਾ ਹੁਣ ਵੇਲਾ ਨਹੀਂ, ਹੁਣ ਬਿਉਂਤ ਘੜਨ ਦਾ ਵੇਲਾ ਨਹੀਂ, ਹੁਣ ਦੁਸ਼ਮਣ ਮੈਦਾਨ 'ਚ ਨੇ, ਹੁਣ ਇਕੱਠੇ ਲੜੋ, ਬਸ ਜਿੱਥੇ ਲੋੜ ਪੈਂਦੀ ਆ ਉੱਥੇ ਢਹਿ ਪੋ ਕਹਿਣ ਲੱਗੇ। ਤੇ ਉਹ ਉੱਥੇ ਸਾਡੇ ਰਤਨ ਸਿੰਘ ਭੰਗੂ ਨੇ ਲਿਖਿਆ ਜੀ ਕਿ ਉਹਨਾਂ ਨੇ ਕਿਹਾ ਕਿ ਮਿਸਲ ਵੰਡ ਅਬ ਕਬੂ ਨਾ ਪਾਵੋ, ਰਲ ਮਿਲ ਤੁਰ ਖੜ ਪੰਥ ਬਚਾਵੋ। ਤੁਹਾਡਾ ਸਾਡਾ ਇੱਕੋ ਹੀ ਟਾਰਗੇਟ ਹੋਵੇ ਕਿ ਆਪਣੇ ਪੰਥ ਨੂੰ ਕਿਵੇਂ ਬਚਾਇਆ ਜਾਏ। ਹੁਣ ਸਾਧ ਸੰਗਤ ਆਖਿਰਕਾਰ ਜਦੋਂ ਪਤਾ ਲੱਗਾ ਨਾ ਕਿ ਅਬਦਾਲੀ ਜਿਹੜਾ ਇਹ ਹੋਰ ਫੌਜਾਂ ਦੇ ਜੱਥੇ ਅੱਗੇ ਭੇਜਦਾ ਪਿਆ, ਕਹਿੰਦੇ ਆ ਕਿ ਜੱਸਾ ਸਿੰਘ ਆਹਲੂਵਾਲੀਆ ਤੇ ਚੜਤ ਸਿੰਘ ਸ਼ੁਕਰ ਚੱਕੀਆ, ਇਹਨਾਂ ਨੇ ਆਪਣੇ ਨਾਲ ਦੇ ਸਿਰ ਕੱਢਵੇਂ ਜਰਨੈਲ ਲਏ ਤੇ ਜਾ ਕੇ ਨਾ ਉਹਦੇ ਅਬਦਾਲੀ ਦੇ ਸਾਹਮਣੇ ਖਲੋ ਕੇ ਲਲਕਾਰ ਪਾਈ। ਤੇ ਜੱਸਾ ਸਿੰਘ ਦੀ ਲਲਕਾਰ ਪਤਾ ਕੀ ਸੀ, ਕਹਿਣ ਲੱਗਾ ਕਿ ਤੂੰ ਅਫਗਾਨ ਆਪਣੇ ਆਪ ਨੂੰ ਸਮਝਦਾ, ਬੜਾ ਵੱਡਾ ਵਲੀ ਯੋਧਾ ਸਮਝਦਾ, ਆ ਅੱਜ ਗੁਰੂ ਗੋਬਿੰਦ ਸਿੰਘ ਦੇ ਇਸ ਪੁੱਤ ਦੇ ਨਾਲ ਆ ਕੇ ਦੋ ਹੱਥ ਕਰ। ਉਹਨੂੰ ਹੀ ਕਹਿੰਦੇ ਆ ਨਾ ਬਹਾਦਰ, ਜਿਹੜਾ ਸਾਹਮਣੇ ਆ ਕੇ ਲੜੇ। ਕਿਉਂ ਲੋਕਾਂ ਦੇ ਪੁੱਤ ਪਤੀ ਸੁਹਾਗ ਉਜਾੜਦਾ ਪਿਆ? ਜੇ ਤੇਰੀਆਂ ਰਗਾਂ 'ਚ ਖੂਨ ਤੇ ਤੇਰੇ ਅੰਦਰ ਸਾਹਸ ਹੈ ਤੇ ਜੱਸਾ ਸਿੰਘ ਦੇ ਨਾਲ ਆ ਕੇ ਸਾਹਮਣੇ ਟਾਕਰਾ ਲੈ। ਕਹਿੰਦੇ ਆ ਜੱਸਾ ਸਿੰਘ ਦੇ ਇੱਕ ਦੇ ਬੋਲ ਵਿੱਚੋਂ ਗੁਰੂ ਗੋਬਿੰਦ ਸਿੰਘ ਦੀ ਗਰਜ ਸੀ, ਸ਼ਹੀਦ ਸਿੰਘਾਂ ਦੀ ਗਰਜ ਸੀ। ਪਿੱਛੇ ਮੁੜ ਗਿਆ ਸੀ, ਉਹਦੀ ਹਿੰਮਤ ਨਹੀਂ ਸੀ ਪਈ। ਜਿਹਨੂੰ ਕਹਿੰਦੇ ਨਾ ਅਬਦਾਲੀ ਨੇ ਇੰਨੀਆਂ ਜੰਗਾਂ ਮੱਲਾਂ ਮਾਰੀਆਂ ਜੀ, ਅਬਦਾਲੀ ਸਿੰਘਾਂ ਦੇ ਅੱਗੇ ਨਹੀਂ ਟਿਕ ਸਕਿਆ, ਪਿੱਛੋਂ ਹੀ ਬਸ ਨਾਰੇ ਮਾਰਨ ਜੋਗਾ ਰਹਿ ਗਿਆ ਸੀ, ਫੌਜਾਂ ਭੇਜਣ ਜੋਗਾ। ਪਰ ਲਲਕਾਰ ਹੁੰਦਾ ਤੇ ਫਿਰ ਆਉਂਦਾ ਮੈਦਾਨ ਦੇ ਵਿੱਚ ਤੇ ਲੈਂਦਾ ਟਾਕਰਾ, ਪਰ ਇੰਨਾ ਸਾਹਸ ਨਹੀਂ ਰਿਹਾ। ਆਖਿਰਕਾਰ ਜਦੋਂ ਇਹਨਾਂ ਨੂੰ ਪਤਾ ਲੱਗਾ ਨਾ ਕਿ ਵਹੀਰ ਦਾ ਜਿਹੜਾ ਗੋਲ ਧੇਰਾ ਉਹ ਟੁੱਟਦਾ ਨਹੀਂ ਪਿਆ, ਇਹਨੇ ਨਾ ਫਿਰ ਲక్ష్ਮੀ ਨਾਰਾਇਣ ਨੂੰ, ਇਤਿਹਾਸ ਕਹਿੰਦਾ, ਚਿੱਠੀ ਭੇਜੀ ਇੱਕ ਕਿ ਅੱਗੋਂ ਦੀ ਜਾ ਕੇ ਵਾਰ ਕਰਕੇ ਤੇ ਤੁਸੀਂ ਅੱਗੋਂ, ਕਿਉਂਕਿ ਪਿੱਛੋਂ ਸਿੰਘ ਤੇ ਅੱਗੇ ਜਾਣ ਹੀ ਨਹੀਂ ਦਿੰਦੇ, ਤੁਸੀਂ ਕਿਸੇ ਤਰੀਕੇ ਨਾਲ ਅੱਗੋਂ ਦੀ ਘੇਰਾ ਇੱਕ ਵਾਰੀ ਪਾ ਕੇ ਤੇ ਉੱਥੇ ਵੀਰ ਤੇ ਹਮਲਾ ਕਰੋ। ਹੁਣ ਵੇਖੋ ਇਹ ਕਿੰਨੀ ਹਾਸੋਹੀਣੀ ਗੱਲ ਹੈ ਨਾ ਕਿ ਯੋਧਿਆਂ ਦੇ ਨਾਲ ਧਾਤੋਂ ਲੜਿਆ ਨਹੀਂ ਜਾਂਦਾ ਤੇ ਅੱਗੇ ਬਜ਼ੁਰਗਾਂ ਤੇ ਬੱਚਿਆਂ ਤੇ ਸਾਡੀਆਂ ਬੀਬੀਆਂ ਤੇ ਹਮਲਾ ਕਰਨ ਦੀ ਸੋਚ ਰਹੇ ਹੋ। ਇੱਕ ਵਿਦਵਾਨ ਨੇ ਬੜੀ ਸੋਹਣੀ ਗੱਲ ਲਿਖੀ ਹੈ, ਜਹਾਨ ਖਾਨ ਨੂੰ ਬੜਾ ਵੱਡਾ ਸੂਰਮਾ ਮੰਨਦਾ ਹੁੰਦਾ ਸੀ ਅਬਦਾਲੀ, ਤੇ ਜਦੋਂ ਆਪ ਕਾਬਲ ਨੂੰ ਜਾਂ ਅਫਗਾਨਿਸਤਾਨ ਨੂੰ ਮੁੜਦਾ ਸੀ ਤੇ ਇੱਥੋਂ ਦੀ ਸਰਪ੍ਰਸਤੀ ਜਹਾਨ ਖਾਨ ਨੂੰ ਦੇ ਕੇ ਜਾਂਦਾ ਹੁੰਦਾ ਸੀ, ਜਾਂ ਹੋਰਾਂ ਦਾ ਵੀ ਚਲੋ ਨਾ ਚੱਲਦਾ। ਹੁਣ ਜਦੋਂ ਉਹਨੂੰ ਵੀ ਲਲਕਾਰ ਪਾਏਗੀ ਤੂੰ ਬੜਾ ਆਪਣੇ ਆਪ 'ਚ ਬਣਿਆ ਫਿਰਦਾ, ਅੱਗੇ ਨਹੀਂ ਹੁੰਦਾ। ਤੇ ਉਹ ਅਦੀਬ ਨੇ ਇੱਕ ਬੜੀ ਸੋਹਣੀ ਗੱਲ ਲਿਖੀ ਆ, ਉਹ ਕਹਿੰਦਾ ਕਿ ਜੇ ਪੱਥਰਾਂ ਦੇ ਵੱਟੇ ਇਹਨਾਂ ਨੂੰ ਦਵਾਣੇ ਪੋਲੇ ਮਿਲਦੇ ਤੇ ਗਿੱਦੜਾਂ ਨੇ ਮਿੱਧ ਦੇਣੇ ਸੀ। ਉਹਨੇ ਮਰਾਠਿਆਂ ਦੇ ਨਾਲ ਜੰਗ ਦੀ ਤੁਲਨਾ ਕੀਤੀ ਕਿ ਇਹ ਉਹ ਦਵਾਣੇ ਸਮਝਦੇ ਸੀ, ਪਰ ਇਹਨਾਂ ਨੂੰ ਪਤਾ ਹੀ ਲੱਗਾ ਇਹ ਦਵਾਣਿਆਂ ਦੇ ਭੁਲੇਖੇ ਪੱਥਰਾਂ ਨਾਲ ਮੂੰਹ ਲਾ ਕੇ ਬਹਿ ਗਏ ਆ। ਜਿਹੜੇ ਸਿੰਘ ਦੇ ਸਾਹਮਣੇ ਜਾਂਦੇ ਸੀ, ਸਿੰਘ ਆਹੂ ਲਾ ਲਾ ਕੇ ਵੱਢੀ ਜਾਂਦੇ ਸੀ। ਤੇ ਉਹਨੇ ਪਤਾ ਕਿ ਪਿੱਛੋਂ ਜਵਾਬ ਭੇਜਿਆ, ਜਹਾਨ ਖਾਂ ਕਹਿਣ ਲੱਗਾ ਅਬਦਾਲੀ ਪਿੱਛੇ ਰਹਿ ਕੇ ਸਲਾਮਾਂ ਦੇਣੀਆਂ ਬੜੀਆਂ ਸੌਖੀਆਂ, ਸਿੰਘਾਂ ਨਾਲ ਲੜ ਕੇ ਤੇ ਵੇਖ ਆ ਕੇ ਵੇਖ ਕਿਵੇਂ ਤੇਰਾ ਆਹੂ ਲਾਂਦੇ ਆ। ਤੇ ਆਖਿਰਕਾਰ ਸੰਗਤ ਜੀ ਸਿੰਘਾਂ ਦੀ ਗਿਣਤੀ ਮੁੱਕਦੀ ਜਾ ਰਹੀ ਆ। 22 ਫੱਟ ਲੱਗੇ ਸੀ ਜੱਸਾ ਸਿੰਘ ਆਹਲੂਵਾਲੀਆ ਦੇ ਸੀਸ ਤੇ, ਕਹਿਣ ਨੂੰ ਹੁੰਦੇ ਆ ਕਦੇ ਸੰਜੋਗ ਪਾ ਕੇ ਸੀ ਲੜਦੇ, ਕਹਿੰਦੇ ਸੀ ਸੰਜੋਗ ਪਾ ਕੇ ਲੜਨ ਦਾ ਭਾਵੇਂ ਜਾਨ ਬਚਾ ਕੇ ਲੜਨਾ, ਸਿੰਘ ਲਲਕਾਰ ਕੇ ਲੜਦੇ ਆ। ਤੇ ਜਦੋਂ ਦੁਸ਼ਮਣਾਂ ਦੇ ਫੱਟ ਸੀਸ ਤੇ ਬਹਿਣ, ਸੀਸ ਤੇ ਤਾਂ ਹੀ ਪਵਿੱਤਰ ਹੁੰਦਾ ਸਰੀਰ ਸਾਡਾ। ਤੇ ਇੱਥੇ ਇੱਕ ਹੋਰ ਬੜੀ ਰਸਦਾਈ ਗੱਲ ਹੈ, ਦੋਨਾਂ ਜਰਨੈਲਾਂ ਦੀ ਸੁਣਿਓ। ਚੜਤ ਸਿੰਘ ਜੀ ਪਤਾ ਕੀ ਕਰਦੇ ਸੰਗਤ ਜੀ, ਜੇ ਕੋਈ ਬੱਚਾ ਬਹੁਤਾ ਫੱਟੜ ਹੋ ਜਾਂਦਾ ਜ਼ਖਮੀ, ਇੱਕ ਹੋਰ ਤੁਸੀਂ ਨਾ ਮੱਥਾ ਟੇਕੋ ਅੱਜ ਆਪਣੀ ਕੌਮ ਨੂੰ, ਕਿਸੇ ਬੱਚੇ ਨੇ, ਕਿਸੇ ਮਾਈ ਨੇ, ਕਿਸੇ ਬਜ਼ੁਰਗ ਨੇ, ਕਿਸੇ ਧੀ ਭੈਣ ਨੇ
ਇੰਨੀ ਗੱਲ ਨਹੀਂ ਕਿ ਅਬਦਾਲੀ ਸਾਡੀ ਜਾਨ ਬਖਸ਼ ਦੇ, ਮੇਰੇ ਪੁੱਤ ਦੀ ਜਾਨ ਬਖਸ਼ ਦੇ, ਮੈਂ ਮੁਸਲਮਾਨ ਬਣ ਜਾਨੀ ਹਾਂ। ਕਿਸੇ ਨੇ ਨਹੀਂ ਕਹੀ। ਤੁਸੀਂ ਇਤਿਹਾਸ ਪੜ੍ਹ ਕੇ ਵੇਖੋ ਆਪਣੀ ਕੌਮ ਦਾ, ਤੇ ਸਾਡਾ ਮਾਣ ਨਾਲ ਸਿਰ ਉੱਚਾ ਹੋਣਾ ਚਾਹੀਦਾ ਕਿ ਆਪਣੇ ਆਪ ਨੂੰ ਲਾਂਬੂ ਲਵਾਲੇ ਕੀਰ ਨੇ ਨਾ ਪਾਏ, ਹੱਸ ਕੇ ਜਾਨਾਂ ਵਾਰੀਆਂ ਤੇ ਸਿੱਖ ਕੌਮ ਦੇ ਵਿੱਚ ਰਹਿ ਕੇ ਜਾਨਾਂ ਵਾਰੀਆਂ, ਈਨ ਮੰਨ ਕੇ ਇਸਲਾਮ ਧਰਮ ਨਹੀਂ ਕਬੂਲ ਕੀਤਾ, ਭਾਵੇਂ ਜਿੰਨਾ ਮਰਜ਼ੀ ਤਸ਼ੱਦਦ ਹੋਇਆ ਸਿੱਖਾਂ ਦਾ। ਹੁਣ ਜਦੋਂ ਚੜ੍ਹਤ ਸਿੰਘ ਜਾਨਾਂ ਜਿਹੜੀਆਂ ਫੱਟੜ ਹੋ ਚੁੱਕੀਆਂ ਨੇ, ਉਹਨਾਂ ਨੂੰ ਚੁੱਕ ਚੁੱਕ ਕੇ ਸੁਰੱਖਿਆ ਜਗ੍ਹਾ ਤੇ ਪਹੁੰਚਾਉਂਦਾ, ਤੇ ਸਾਡਾ ਇਤਿਹਾਸ ਉਹਨਾਂ ਦੇ ਪਰਥਾਏ ਕਹਿੰਦੇ ਆ, ਸਭੈ ਬਹੀਰ ਧਨ ਧਨ ਆਖੈ। ਕਿਉਂ ਆਖਦੇ ਆ ਚੜ੍ਹਤ ਸਿੰਘ ਜੀ ਨੂੰ? ਇਸ ਕਰਕੇ ਹਮ ਜਿਵਾਏ ਚੜ੍ਹਤ ਸਿੰਘ ਭਾਖੈ। ਕਹਿੰਦੇ ਅਸੀਂ ਚੜ੍ਹਤ ਸਿੰਘ ਦੇ ਕਰਕੇ ਹੀ ਅੱਜ ਜਿਉਂਦੇ ਆ, ਕਿਉਂਕਿ ਇਹ ਸਾਨੂੰ ਚੁੱਕ ਚੁੱਕ ਕੇ ਵਰਦੀਆਂ ਗੋਲਿਆਂ ਵਿੱਚੋਂ ਪਾਸੇ ਕਰਦਾ ਸੀ। ਸਭੈ ਬਹੀਰ ਧਨ ਧਨ ਆਖੈ, ਹਮ ਜਿਵਾਏ ਚੜ੍ਹਤ ਸਿੰਘ ਭਾਖੈ। ਹਰ ਵਹੀਰ ਦੇ ਅਸੀਸ। ਤੇ ਅੱਗੇ ਲਿਖਦੇ ਸੀ, ਸੱਚ ਏਵੇ ਇਹ ਸਰਦਾਰ ਬਹੁ ਵਿਸਵੇ ਈਸ ਵੀਸ, ਕਿ ਤੂੰ ਹੋਰ ਵਧੇ ਵਧੇ ਫੁੱਲੇ ਅਸੀਸਾਂ ਜੰਗੇ ਮੈਦਾਨ 'ਚ ਚੜ੍ਹਤ ਸਿੰਘ ਨੂੰ ਮਿਲੀਆਂ। ਸੰਗਤ ਜੀ, ਘੋੜਾ ਬਹੁਤ ਜ਼ਿਆਦਾ ਜ਼ਖਮੀ ਹੋਇਆ ਤੇ ਥੱਕ ਚੁੱਕਾ ਸੀ ਜੱਸਾ ਸਿੰਘ ਜੀ ਦਾ। ਇਹਨਾਂ ਦੇ ਨਾ ਇੱਕ ਗੜਵਈ ਸੀ ਅੰਗ ਰੱਖਿਅਕ, ਜਿਹਨੂੰ ਇਹਨਾਂ ਨੇ ਆਪਣਾ ਪੁੱਤ ਬਣਾ ਕੇ ਪਾਲਿਆ ਸੀ। ਉਹਦਾ ਨਾਮ ਸੀ ਭਾਈ ਗੁਰਮੁਖ ਸਿੰਘ। ਜਦੋਂ ਉਹਨੂੰ ਪਤਾ ਲੱਗਾ ਨਾ ਕਿ ਜੱਸਾ ਸਿੰਘ ਦਾ ਘੋੜਾ ਰੁਕ ਗਿਆ, ਕਹਿੰਦੇ ਉਹਨੇ ਨਾ ਚਾਬੁਕ ਮਾਰਿਆ ਘੋੜੇ ਤੇ ਕਿ ਘੋੜਾ ਅੱਗੇ ਤੁਰੇ। ਜੱਸਾ ਸਿੰਘ ਨੇ ਇੱਕ ਗੱਲ ਕਹੀ, ਕਹਿਣ ਲੱਗੇ ਓਏ ਪਾਪ ਨਾ ਕਰੀ, ਮੈਨੂੰ ਖਾਲਸੇ ਨੇ ਬਾਦਸ਼ਾਹ ਦਾ ਰੁਤਬਾ ਦਿੱਤਾ, ਮੈਨੂੰ ਸੁਲਤਾਨੇ ਉਲ ਕੌਮ ਮੇਰੀ ਜਿਹੜੀ ਇਹ ਸਲਤਨਤ ਕਹਿੰਦੀ ਆ, ਤੇ ਮੈਂ ਕਿਹੜਾ ਮੂੰਹ ਲੈ ਕੇ ਤਖਤ ਤੇ ਬੈਠਾਂਗਾ? ਮੇਰਾ ਲੋਕਾਂ ਮਜ਼ਾਕ ਡਾਣਾ ਕਿ ਇਹਦਾ ਵਰਦੀਆਂ ਗੋਲੀਆਂ 'ਚ ਘੋੜਾ ਅੜ ਗਿਆ ਤੇ ਇਹਦੇ ਅੰਗ ਰੱਖਿਅਕ ਨੇ ਚਾਬੁਕ ਮਾਰ ਕੇ ਅੱਗੇ ਕੱਢਤਾ। ਕਹਿਣ ਲੱਗਾ ਓਏ ਮੈਨੂੰ ਸ਼ੇਰ ਕਹਿੰਦੇ ਆ, ਤੂੰ ਮੈਨੂੰ ਗਿੱਦੜ ਨਾ ਬਣਾ, ਮੈਨੂੰ ਸ਼ੇਰ ਹੀ ਰਹਿਣ ਦੇ। ਤੇ ਉੱਥੇ ਸਾਡੀਆਂ ਸਤਰਾਂ ਨੇ ਰਤਨ ਸਿੰਘ ਭੰਗੂ ਦੀਆਂ, ਉਹ ਕਹਿੰਦਾ ਜਿਹੜਾ ਇਹ ਖਾਲਸਾ ਮੈਨੂੰ ਲਾਹਨਤ ਪਾਊਗਾ, ਸੁਣੈ ਪੰਥ ਮੋਏ ਕਰ ਹੈ ਠੱਠਾ, ਠੱਠਾ ਭਾਵੇਂ ਮੇਰੀਆਂ ਮਖੌਲਾਂ ਕਰੂਗਾ। ਘੋੜਾ ਕੁਧਾਏ ਜੱਸਾ ਸਿੰਘ ਨੱਠਾ, ਕਿ ਜੱਸਾ ਸਿੰਘ ਤੇ ਆਫਤਾ ਹੀ ਤੇ ਆਪ ਭੱਜ ਗਿਆ ਸੀ ਰਣ ਤੱਤੇ ਵਿੱਚੋਂ। ਸੁਣੈ ਪੰਥ ਮੋਏ ਕਰ ਹੈ ਠੱਠਾ, ਘੋੜਾ ਕੁਧਾਏ ਜੱਸਾ ਸਿੰਘ ਨੱਠਾ, ਕਿਆ ਮੋਲੇ ਬੈਠੂ ਦੀਵਾਨ, ਕਰੈ ਮਸ਼ਕਰੀ ਮੁਝਕੋ ਆਣ। ਕਹਿੰਦੇ ਮੈਨੂੰ ਮਸ਼ਕਰੀਆਂ ਕਰਨਗੇ, ਮੈਂ ਖਾਲਸਾ ਬਾਦਸ਼ਾਹ ਕੋ ਆਇਓ, ਤੁਮ ਚਾਹਤ ਮੋਹੇ ਗੀਦੀ ਬਣਾਇਓ। ਉਹ ਤੂੰ ਮੈਨੂੰ ਗਿੱਦੜ ਬਣਾਉਣਾ ਚਾਹੁੰਦਾ। ਗੁਰਮੁਖ ਸਿੰਘ ਕਹਿਣ ਲੱਗਾ ਜੀ ਇੱਦਾਂ ਕਰੋ, ਜੇ ਤੁਹਾਡਾ ਘੋੜਾ ਅੱਗੇ ਨਹੀਂ ਤੁਰਦਾ, ਮੈਂ ਘੋੜੇ ਤੋਂ ਥੱਲੇ ਉਤਰਦਾ, ਤੁਸੀਂ ਮੇਰੇ ਘੋੜੇ ਤੇ ਆ ਜਾਓ। ਫਿਰ ਉਹਨਾਂ ਦੇ ਘੋੜੇ ਤੇ ਆਂਦੇ ਆ, ਫਿਰ ਦੁਸ਼ਮਣਾਂ ਦੇ ਨਾਲ ਆਹੂ ਲੈਂਦੇ ਆ। ਸੰਗਤ ਜੀ, ਇਹ ਲੜਾਈ ਚੱਲਦੀ ਜਾ ਰਹੀ ਆ। ਅੱਗੇ ਪਿੰਡ ਗਹਿਲ ਪਹੁੰਚਣੀ ਆ, ਫਿਰ 3 ਹੋਰ ਪਿੰਡਾਂ 'ਚ ਜਿਹੜੀ ਲੜਾਈ ਪਹੁੰਚਦੀ ਆ। ਕਿਵੇਂ ਸਿੰਘ ਇੱਥੇ ਆਪਣਾ ਆਪ ਜਿਹੜਾ ਕਹਿ ਲੋ ਕਿ ਕੁਰਬਾਨ ਕਰਕੇ ਉਸ ਸਮੇਂ ਫਿਰ ਵੀ ਸਿੱਖ ਕੌਮ ਦੀ ਲਾਜ ਰੱਖਦੇ ਆ, ਤੇ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਇਹੋ ਗੱਲ ਕਹਿੰਦੇ ਆ ਅਰਦਾਸ ਕਰਕੇ ਕਿ ਤਤ ਖਾਲਸਾ ਸੋ ਰਹਿਓ, ਗਇਓ ਸੋ ਖੋਟ ਗਵਾਏ। ਇੱਥੋਂ ਅਸੀਂ ਕੱਲ ਫਿਰ ਇਤਿਹਾਸ ਸ਼ੁਰੂ ਕਰ